ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਅਮਰੀਕਾ ਦੇ ਦੋ ਮੰਤਰੀ ਭਾਰਤ ਆਏ ਹੋਏ ਨੇ ਤੇ ਭਾਰਤ ਦੇ ਦੋ ਮੰਤਰੀ ਉਹਨਾਂ ਨਾਲ ਬੈਠਕਾਂ ਕਰ ਰਹੇ ਨੇ, ਸਮਝੌਤੇ ਹੋ ਰਹੇ ਨੇ, ਜਿੱਥੇ ਉਹਦੇ ਪਰ ਗੌਰ ਕਰਨੀ ਬਣਦੀ ਹੈ ਕਿ ਅਮਰੀਕਾ ਚੋਣਾਂ ਨੂੰ ਲੈ ਕੇ ਜਾਂ ਭਾਰਤ ਤੇ ਅਮਰੀਕਾ ਦੀ ਨੇੜਤਾ ਨਾਲ ਚੀਨ ਵਾਲਾ ਮਸਲਾ ਵੀ ਕੋਈ ਵਿਛਿਆ। ਇਹ ਮਸਲਾ ਜਿੱਥੇ ਵਿਚਾਰਨਾ ਬਣਦਾ ਉੱਥੇ ਜੰਮੂ ਕਸ਼ਮੀਰ ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੇਹ ਲਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਸੂਬੇ ਬਣਾਉਣ ਤੋਂ ਬਾਅਦ ਹੁਣ ਉੱਥੇ ਖੁੱਲ੍ਹਾ ਬਾਜ਼ਾਰ ਲਾ ਦਿੱਤਾ ਗਿਆ ਕਿ ਜ਼ਮੀਨਾਂ ਖਰੀਦੋ, घर बनाओ, फैक्ट्रियां लाओ, उद्योग लाओ। कि जम्मू कश्मीर सेल ते ला दिता गया? कि व्यापारियों के हथ जम्मू कश्मीर नूं देण दी तैयारी है? कि उस फैसले का असर आने वाले दिनों पंजाब ते भी पै सकदा? खेती कानूनां राहीं कि पंजाब दीआं जमीनां भी व्यापारियों अदारियां दे हत्थां विच जा सकदियां? सो जिथे मसला विचारन वाला उत्थे दिल्ली दे विच कल 250 तो वध देश भर दीआं किसान जथेबंदियां एक मेज़ ते बैठदियां, एक सुर च बैठदियां ते इकट्ठा अंदोलन विढ़दियां ऐलान करदियां कि हुण दिल्ली चलो अंदोलन होएगा तो वह अंदोलन 26-27 तरीक नूं होएगा। पर उस तो पहलां दिल्ली सरकार नूं, केंद्र सरकार नूं झंझोड़न लई 5 नवंबर नूं देश भर दे विच चक्का जाम होएगा। की इसका असर जाएगा? कि सरकार जिहड़ी इस अड़ीअल रवैये ते अड़ी हुई आ कि नहीं असीं वापस नहीं लवांगे, कि उहनूं चुकना पएगा। सो ये सारे मसले विचारन वाले, इन्हां मसलिਆਂ ते विचार करन लई माहर मेहमान सीनियर पत्रकार ਸਾਹਿਤਕ ਖੇਤਰ ਦੇ ਵੀ ਮਾਹਰ ਸੁਸ਼ੀਲ ਦਸਾਂਝ ਭਾਈ ਸਾਡੇ ਨਾਲ ਨੇ। ਸੁਸ਼ੀਲ ਦਸਾਂਝ ਭਾਈ ਸਵਾਗਤ ਕਰਦੇ। बहुत शुक्रिया दीपक जी। तो विजन पंजाब के सारे दर्शकों को भी प्यार भरी सत श्री अकाल, आदाब ते नमस्कार। भाजी मैं कल वाली मीटिंग तो ही गल शुरू करनी चाहना। कल जी मीटिंग हुई वो जोड़े फैसले होए, चाहे वो 5 नवंबर वाला फैसला देश भर 4 घंटे लिए चक्का जाम, तो चाहे फिर 26-27 चल दिल्ली चलो, तुसीं वो सारे कल दे मीटिंग नूं किवें देखदे हो? पहलां तां एक बहुत वधिया गल ये हुई उस मीटिंग की, जिहड़ी मीटिंग 2 दिन चली जी। पहले दिन मीटिंग च बैठ के खाका सारा तैयार तालमेल कमेटियां नुमाइंदे सी कल पहले दिन। हाँ, दूजे दिन जिहड़े खुला वो वर्किंग ग्रुप जिहड़ा सी वो सी, ਉਹਦੇ ਵਿੱਚੋਂ 3 ਚੀਜ਼ਾਂ ਨਿਕਲ ਕੇ ਆਈਆਂ। ਪਹਿਲੀ ਚੰਗੀ ਗੱਲ ਇਹ ਨਿਕਲ ਕੇ ਆਈ ਆ ਕਿ 2 ਦਿਨਾਂ ਦੇ ਵਿੱਚ ਇੱਕ ਵੀ ਇਦਾਂ ਦੀ ਕਿਤੇ ਵੀ ਕੋਈ ਖਬਰ ਨਹੀਂ ਹੈ ਕਿ ਉੱਥੇ ਕੋਈ ਵੱਖਰੀ ਰਾਏ ਜਿਹੜੀ ਟਕਰਾਈ ਹੋਵੇ। ਮਤਲਬ ਐਜੀਟੇਸ਼ਨ ਨੂੰ ਲੈ ਕੇ ਇੱਕ ਸਿੱਧੀ ਲਾਈਨ ਖਿੱਚ ਲਈ ਗਈ ਤੇ ਉਹਦੇ ਤੇ ਸਰਬਸੰਮਤੀ ਹੋਈ ਹੈ ਜੀ। कोई वक्री राय नहीं रखी गई। एक चंगी गल है कि ਇਹਦਾ मतलब एजुटेशन ਜਿਹੜੀ ਆ ਉਹ ਸਹੀ ਡਾਇਰੈਕਸ਼ਨ 'ਚ ਜਾ ਰਹੀ ਹੈ। ਦੂਜੀ ਜਿਹੜੀਆਂ 3 ਚੀਜ਼ਾਂ ਉਹ 'ਚੋਂ ਨਿਕਲ ਕੇ ਆਈਆਂ, ਨੰਬਰ 1 ਤਾਂ ਇਹ ਹੈ ਕਿ ਦਿੱਲੀ ਚਲੋ ਇੱਕ ਪੂਰੀ ਦਾ ਪੂਰਾ ਸਲੋਗਨ ਬਣਾ ਦਿੱਤਾ ਗਿਆ। ਮਤਲਬ ਲੜਾਈ ਦਾ ਰੁਖ ਜਿਹੜਾ ਹੈ ਹੁਣ ਦਿੱਲੀ ਵੱਲ ਹੈ। ਬਿਲਕੁਲ। ਤੇ ਦੂਜੀ ਇਹਦੇ 'ਚ ਵੱਡੀ ਗੱਲ ਇਹ ਹੈ ਕਿ ਦਿੱਲੀ ਚਲੋ ਦੀ ਜਿਹੜੀ ਇਹ ਲੜਾਈ ਹੈ, ਉਹ ਲੜਾਈ 'ਚ ਜਿਹੜੀਆਂ 250 ਕਿਸਾਨ ਜਥੇਬੰਦੀਆਂ ਉਹ ਰਿਪਰੈਜ਼ੈਂਟ ਕਿਹਨਾਂ ਨੂੰ ਕਰ ਰਹੀਆਂ? ਭਾਰਤ ਦੇ ਉਹਨਾਂ 16 ਸੂਬਿਆਂ ਨੂੰ ਜਿਹੜਾ ਸੂਬਿਆਂ ਦੇ ਵਿੱਚ ਵੱਧ ਤੋਂ ਵੱਧ ਖੇਤੀਯੋਗ ਜ਼ਮੀਨ ਹੈ, ਜਿਸ 'ਚ ਪੰਜਾਬ ਸਭ ਤੋਂ ਜ਼ਿਆਦਾ ਹੈ, ਹਰਿਆਣਾ ਸਭ ਤੋਂ ਜ਼ਿਆਦਾ ਹੈ। ਇਸੇ ਕਰਕੇ ਪੰਜਾਬ ਤੇ ਹਰਿਆਣਾ ਦੀ ਲੜਾਈ ਜਿਹੜੀ ਬਾਕੀਆਂ ਨਾਲੋਂ ਜ਼ਿਆਦਾ ਐਗਰੈਸਿਵ ਦਿਖਾਈ ਦਿੰਦੀ ਹੈ। ਅਗਲੀ ਗੱਲ ਇਹ ਹੋਈ ਹੈ ਕਿ ਦਿੱਲੀ ਚਲੋ ਅੰਦੋਲਨ ਦਾ ਜਿਹੜਾ ਪਹਿਲਾ ਪੜਾਅ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ 5 ਨਵੰਬਰ ਹੈ। 5 ਨਵੰਬਰ ਨੂੰ 12 ਤੋਂ 4 ਵਜੇ ਤੱਕ ਜਿਹੜਾ ਆ ਉਹ ਸਾਰੇ ਦੇਸ਼ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ। ਉਹ ਚੱਕੇ ਜਾਮ ਦੇ ਦੌਰਾਨ ਇਹ ਮੈਸੇਜ ਕਨਵੇ ਹੋ ਜਾਏਗਾ, ਉਹ ਸਾਨੂੰ ਪਤਾ ਲੱਗ ਜਾਏਗਾ ਵੀ ਉਹਦੀ ਸਫਲਤਾ ਕਿੰਨੀ ਕੁ ਹੁੰਦੀ ਹੈ। ਮੈਸੇਜ ਕਨਵੇ ਹੋ ਜਾਏਗਾ ਕਿ ਕਿਸਾਨੀ ਅੰਦੋਲਨ ਦੇ ਨਾਲ ਜਿਹੜੇ ਸਧਾਰਨ ਲੋਕ ਨੇ ਉਹ ਵੀ ਜੁੜੇ ਹੋਏ ਨੇ, ਕਿਉਂਕਿ ਜਿਹੜੇ ਫੈਸਲੇ ਕੀਤੇ ਗਏ ਉਹਦੇ 'ਚ ਇਹ ਸਾਫ਼ ਤੌਰ 'ਤੇ ਕਿਹਾ ਗਿਆ ਕਿ ਸਾਡਾ ਮਕਸਦ ਚੱਕਾ ਜਾਮ ਕਰਨ ਦਾ ਜਿਹੜਾ ਆ ਉਹ ਸਰਕਾਰ 'ਤੇ ਇੱਕ ਦਬਾਅ ਬਣਾਉਣਾ ਹੈ, ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ। ਇਹ ਇੱਕ ਚੰਗੀ ਗੱਲ ਹੈ ਕਿ ਲੋਕਾਂ ਨੂੰ ਪਰੇਸ਼ਾਨ ਨਹੀਂ ਅਸੀਂ ਕਰਨਾ। ਜੇ ਚੱਕਾ ਜਾਮ ਵੀ ਹੈ ਤਾਂ ਉਹਦੇ 'ਚ ਲੋਕਾਂ ਦਾ ਸਹਿਯੋਗ ਲੈਣਾ ਹੈ ਜੀ, ਕਿਉਂਕਿ ਲੜਾਈ ਕਿਸਾਨਾਂ ਦੀ ਇਕੱਲਿਆਂ ਦੀ ਨਹੀਂ ਹੈ, ਸਧਾਰਨ ਬੰਦੇ ਦੀ ਵੀ ਲੜਾਈ ਹੈ, ਆਮ ਖਪਤਕਾਰ ਦੀ ਲੜਾਈ ਹੈ। ਦੂਜੀ ਗੱਲ, ਦਿੱਲੀ ਚਲੋ ਦੇ ਸਲੋਗਨ ਤੇ ਜਿਹੜੀ ਲੜਾਈ ਚੱਲਣੀ ਆ ਉਹ 26 ਤੇ 27 ਨਵੰਬਰ ਨੂੰ ਦਿੱਲੀ ਘੇਰਨ ਦੀ ਲੜਾਈ ਹੈ ਜੀ। ਦਿੱਲੀ ਘੇਰਨ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਸ਼ਹਿਰ ਨੂੰ ਘੇਰਨਾ। ਦਿੱਲੀ ਘੇਰਨ ਦਾ ਮਤਲਬ ਹੈ ਹਕੂਮਤ ਨੂੰ ਵੰਗਾਰ ਦੇਣੀ ਹੈ। ਉਹ ਹਕੂਮਤ ਜਿਹੜੀ ਹਕੂਮਤ ਜ਼ਿੱਦ ਤੇ ਅੜੀ ਹੋਈ ਹੈ, ਉਹ ਹਕੂਮਤ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਜਿਹੜੇ ਖੇਤੀ ਕਾਨੂੰਨ ਹੈ ਵਾਪਸ ਤਾਂ ਕੀ ਲੈਣੇ, ਉਹਦੇ 'ਚ ਮਾੜੀ ਮੋਟੀ ਤਬਦੀਲੀ ਨਹੀਂ ਕਰਾਂਗੇ। ਹਾਂ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਤਾਂ ਇਹਦੀ ਡਾਇਰੈਕਸ਼ਨ ਬਹੁਤ ਸਹੀ ਹੈ ਜੀ। ਜਿਹੜਾ ਅਸੀਂ ਸ਼ੁਰੂ ਤੋਂ ਗੱਲ ਕਰਦੇ ਰਹੇ ਹਾਂ ਕਿ ਪੰਜਾਬ 'ਚ ਜਿਹੜੀ ਲੜਾਈ ਚੱਲ ਰਹੀ ਹੈ ਇਹਨੂੰ ਇੱਕ ਵਿਆਪਕ ਆਧਾਰ ਮਿਲਣਾ ਚਾਹੀਦਾ, ਇਹਨੂੰ ਇੱਕ ਵੱਡਾ ਕੈਨਵਸ ਮਿਲਣਾ ਚਾਹੀਦਾ, ਉਹ ਕੈਨਵਸ ਇਹਨੂੰ ਮਿਲ ਗਿਆ। ਦੂਜੀ ਗੱਲ ਅਸੀਂ ਕਹਿੰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਤੁਸੀਂ ਲੋਕ ਰਾਏ ਤਿਆਰ ਕਰ ਲਈ ਹੈ, ਹਰਿਆਣੇ 'ਚ ਵੀ ਲੋਕ ਰਾਏ ਤਿਆਰ ਹੋ ਗਈ ਹੈ। ਹਰਿਆਣੇ ਵਾਲਿਆਂ ਨੇ ਵੀ ਕੱਲ੍ਹ ਇਹ ਐਲਾਨ ਕੀਤਾ ਕਿ ਅਸੀਂ ਵੀ ਜਿੱਦਾਂ ਪੰਜਾਬ ਦੀ ਤਰਜ਼ ਦੇ ਉੱਤੇ ਟੋਲ ਪਲਾਜ਼ਿਆਂ ਵੱਲ ਵਧਾਂਗੇ। ਇਹਦਾ ਮਤਲਬ ਹੈ ਹਰਿਆਣੇ ਦੇ ਕਿਸਾਨ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਵੀ ਇਸ ਲੜਾਈ ਲਈ ਲੱਕ ਬੰਨ੍ਹ ਕੇ ਤੁਰ ਪਏ। ਤੀਜੀ ਗੱਲ ਇਹਦੇ 'ਚ ਹੋਈ ਹੈ ਜਿਹੜਾ ਇੱਕ ਵਿਆਪਕ ਆਧਾਰ ਬਣ ਗਿਆ ਸਾਰੇ ਦੇਸ਼ ਵੱਲ ਨੂੰ ਜਿਹੜੀ ਗੱਲ ਚੱਲ ਗਈ ਹੈ। ਇਹਦੇ 'ਚ ਜਿਹੜੇ ਬਾਕੀ ਸੂਬੇ 'ਚ ਇਨਵੋਲਵ ਨਹੀਂ ਵੀ ਹੈ ਉਹ ਜਦੋਂ ਹੁਣ ਇਨਵੋਲਵ ਹੋਣਗੇ ਤਾਂ ਫਿਰ ਉਹਨਾਂ ਦੇ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਤੱਕ ਵੀ ਗੱਲ ਜਾਏਗੀ ਤੇ ਸਧਾਰਨ ਬੰਦਾ ਜਿਹੜਾ ਉਹਦੇ ਤੱਕ ਵੀ ਇਹ ਗੱਲ ਪਹੁੰਚੇਗੀ
ਤੇ ਇਹ ਲੜਾਈ ਜਿਹੜੀ ਆ ਇੱਕ ਵਿਸ਼ਾਲ ਲਾਮਬੰਦੀ ਵੱਲ ਵਧੇਗੀ ਤੇ ਇਹਦੇ ਨਤੀਜੇ ਹਾਂ ਮੁਖੀ ਹੋਣਗੇ। ਮੈਨੂੰ ਇਹ ਲੱਗਦਾ ਜਿਸ ਕਿਸਮ ਦੀ ਇਹ ਡਾਇਰੈਕਸ਼ਨ ਇਸ ਮੀਟਿੰਗ ਨੇ ਦਿੱਤੀ ਹੈ। ਜਿਹੜੀ ਇਹ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਵੱਲ ਨੂੰ ਹੁਣ ਜਦੋਂ ਚੱਲੋ ਤਾਂ ਇਹਦਾ ਮਤਲਬ ਕੇਂਦਰ ਸਰਕਾਰ ਨੂੰ, ਪਰ ਨਰਿੰਦਰ ਮੋਦੀ ਹੋਰਾਂ ਦਾ ਬਿਆਨ ਦੇਖ ਲਓ, JP ਨੱਡੇ ਦਾ ਬਿਆਨ ਦੇਖ ਲਓ, ਉਹ ਤਾਂ ਇਸੇ ਗੱਲ ਤੇ ਕਹਿ ਰਹੇ ਨੇ ਕਿ ਅਸੀਂ ਨਾ ਧਾਰਾ 70 ਦਾ ਫੈਸਲਾ ਵਾਪਸ ਲਵਾਂਗੇ ਨਾ ਖੇਤੀ ਬਿੱਲਾਂ ਨੂੰ। ਕੀ ਤੁਹਾਨੂੰ ਲੱਗਦਾ ਕਿ 10 ਤਰੀਕ ਦੇ ਬਿਹਾਰ ਚੋਣਾਂ ਦੇ ਨਤੀਜੇ ਇਸ ਅੜੀਅਲ ਰਵੱਈਏ ਨੂੰ ਤੋੜਨ 'ਚ ਵੀ ਯੋਗਦਾਨ ਪਾ ਸਕਦੇ ਨੇ, ਤੇ ਕਿਸਾਨ ਅੰਦੋਲਨ ਦਾ 5 ਤਰੀਕ ਦਾ ਧਰਨਾ ਉਹ ਸੰਕੇਤ ਦੇਗਾ ਕਿ ਦਿੱਲੀ ਦੇ ਵਿੱਚ ਕਿੱਡਾ ਵੱਡਾ ਧਰਨਾ ਹੋ ਸਕਦਾ 26-27 ਨੂੰ? ਇਹ ਦੋ ਗੱਲਾਂ ਤੋਂ ਬਾਅਦ ਕੀ ਕੇਂਦਰ ਸਰਕਾਰ ਦੁਬਾਰਾ ਸੋਚ ਸਕਦੀ ਹੈ ਕੁਝ? ਦੇਖੋ, ਸੋਚਣਾ ਬਣਦਾ ਵੀ ਹੈ। ਜੇ ਤੁਸੀਂ ਲੋਕਾਂ ਤੋਂ ਵੋਟਾਂ ਲੈ ਕੇ ਇਸ ਹੁਕੂਮਤ ਦੇ ਉੱਤੇ ਬੈਠੇ ਆ ਤਾਂ ਲੋਕਾਂ ਦੀ ਰਾਏ ਦੀ ਕਦਰ ਕਰਨੀ ਚਾਹੀਦੀ ਹੈ। ਇਹ ਬੜੀ ਜ਼ਰੂਰੀ ਹੈ। ਜਿਹੜੀਆਂ ਹੁਕੂਮਤਾਂ ਅਸਲ ਦੇ ਵਿੱਚ ਲੋਕਤੰਤਰ ਦਾ ਨਾਂ ਲੈ ਕੇ ਲੋਕਤੰਤਰ ਦਾ ਮਜ਼ਾਕ ਹੀ ਉਡਾ ਰਹੇ ਤੇ ਇਦਾਂ ਦੀਆਂ ਸਰਕਾਰਾਂ ਜਿਹੜੀਆਂ ਲੋਕਤੰਤਰ ਦਾ ਮਜ਼ਾਕ ਉਡਾਉਣ ਵਾਲੀਆਂ, ਜੇ ਲੋਕ ਰਾਏ ਤੋਂ ਵੱਖਰੀ ਆਪਣੀ ਜਿਹੜੀ ਇੱਕ ਠੋਸੀ ਹੋਈ ਜਿਹੜੀ ਨੀਤੀ ਹੈ ਉਹਦੇ ਤੇ ਅੜੇ ਰਹਿਣਗੇ ਤਾਂ ਲੋਕ ਲਾ ਦੇਣਗੇ ਇਹਨਾਂ ਨੂੰ। ਤੁਹਾਡੀ ਗੱਲ ਠੀਕ ਹੈ ਕਿ 5 ਨਵੰਬਰ ਦੀ ਸਫਲਤਾ ਜਿਹੜੀ ਹੈ ਉਹ ਤੈਅ ਕਰੇਗੀ ਕਿ ਸਰਕਾਰ ਦੇ ਉੱਤੇ ਹੋਰ ਕਿੰਨਾ ਦਬਾਅ ਬਣਦਾ। 10 ਨਵੰਬਰ 11 ਨਵੰਬਰ ਤੱਕ ਬਿਹਾਰ ਦੇ ਨਤੀਜੇ ਆ ਜਾਣੇ ਆ, ਫਿਰ ਉਹ ਵੀ ਤੈਅ ਕਰਨਗੇ ਨਤੀਜੇ ਜਿਸ ਕਿਸਮ ਦੇ ਆਉਣੇ ਆ ਪਤਾ ਨਹੀਂ, ਕਿਉਂਕਿ ਜਿਹੜੇ ਓਪੀਨੀਅਨ ਪੋਲ ਹੈ ਜਾਂ ਜਿਹੜੇ ਸਰਵੇ ਵਗੈਰਾ ਹੁੰਦੇ ਉਹਨਾਂ ਤੇ ਮੇਰਾ ਬਹੁਤਾ ਯਕੀਨ ਨਹੀਂ ਹੈ। ਪਰ ਜਿੱਦਾਂ ਭੀੜ ਜੁੜ ਰਹੀ ਹੈ ਉੱਥੇ ਬਿਹਾਰ ਦੇ ਵਿੱਚ, ਐਂਟੀ ਨਿਤੀਸ਼ ਕੁਮਾਰ ਜਿਸ ਤਰ੍ਹਾਂ ਦੀ ਉੱਥੇ ਹਵਾ ਬਣ ਰਹੀ ਹੈ, ਤੇ ਭਾਰਤੀ ਜਨਤਾ ਪਾਰਟੀ ਜਿੱਦਾਂ ਆਪਣੇ ਸਹਿਯੋਗੀਆਂ ਨਾਲ ਪਹਿਲਾਂ ਕਰਦੀ ਰਹੀ ਹੈ ਉਹ ਕੁਝ ਉੱਥੇ ਨਿਤੀਸ਼ ਕੁਮਾਰ ਨਾਲ ਕਰਨ ਜਾ ਰਹੀ ਹੈ। ਨਿਤੀਸ਼ ਕੁਮਾਰ ਨੂੰ ਉੱਥੇ ਦਾ ਚੀਫ ਮਿਨਿਸਟਰ ਦਾ ਚਿਹਰਾ ਐਲਾਨਣ ਦੇ ਬਾਵਜੂਦ ਚਿਰਾਗ ਪਾਸਵਾਨ ਨੂੰ ਜਿਹੜੇ ਹੱਲਾਸ਼ੇਰੀ ਦੇ ਕੇ ਖੜਾ ਕੀਤਾ ਹੋਇਆ, ਤੇ ਚਿਰਾਗ ਪਾਸਵਾਨ ਜਿਹੜਾ ਬਾਰ-ਬਾਰ ਕਹਿ ਰਿਹਾ ਕਿ ਅਗਲੀ ਸਰਕਾਰ ਲੋਕ ਜਨਸ਼ਕਤੀ ਪਾਰਟੀ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਤੇ ਬਿਹਾਰ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ 'ਚ ਹੋਊਗਾ। ਉਹ ਗੇਮ ਜਿਹੜੀ BJP ਉੱਥੇ ਖੇਡ ਰਹੀ ਹੈ, ਉਸ ਗੇਮ ਨੇ ਨਿਤੀਸ਼ ਕੁਮਾਰ ਦੀ ਬੇੜੀ 'ਚ ਵੀ ਵੱਟੇ ਪਾ ਦੇਣੇ ਆ ਤੇ ਉਹ ਨਤੀਜੇ ਹੋ ਸਕਦੇ ਆ ਬਈ ਉਹ ਨਿਤੀਸ਼ ਕੁਮਾਰ ਤੇ BJP ਦੇ ਉਲਟ ਜਾਣ ਤੇ ਉਹਦਾ ਅਸਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿਹੜੇ ਬਾਕੀ ਫੈਸਲੇ ਕੀਤੇ ਹੋਏ ਆ, ਚਾਹੇ ਧਾਰਾ 370 ਹੈ, 35A ਦਾ ਮਾਮਲਾ ਜੰਮੂ ਕਸ਼ਮੀਰ ਦਾ, ਚਾਹੇ 3 ਖੇਤੀ ਕਾਨੂੰਨ ਹੈ, ਚਾਹੇ ਇੱਕ ਬਿਜਲੀ ਦਾ ਪ੍ਰਸਤਾਵਿਤ ਜਿਹੜਾ ਬਿੱਲ ਹੈ, ਉਹਨਾਂ ਤੇ ਅਸਰ ਲਾਜ਼ਮੀ ਤੌਰ ਤੇ ਪਏਗਾ। ਪਰ ਜੇ ਢੀਠਤਾਈ ਤੇ ਉਤਰ ਆਈ ਸਰਕਾਰ ਫਿਰ ਲੜਾਈ ਹਾਲੇ ਲੰਬੀ ਚੱਲੇਗੀ। ਤੇ ਜੇ ਲੜਾਈ ਲੰਬੀ ਚੱਲੇਗੀ ਤਾਂ ਕੀ ਇਹ ਲੜਾਈ ਦਾ ਆਧਾਰ ਕੇਂਦਰ ਨੇ ਬੰਨ੍ਹ ਲਿਆ? ਕੇਂਦਰ ਵੀ ਸਿੱਧਾ ਟਕਰਾਅ ਲਈ ਤਿਆਰ ਹੈ। ਜਦੋਂ ਪੰਜਾਬ ਦੇ ਵਿੱਚ ਰੇਲਾਂ ਦੇ ਚੱਕੇ ਜਾਮ ਸੀ ਤਦ ਕੇਂਦਰ ਬਾਇਆ ਪੰਜਾਬ ਸਰਕਾਰ ਬਾਰ-ਬਾਰ ਅਪੀਲਾਂ ਕਰਾਉਂਦੀ ਸੀ ਕਿ ਘੱਟੋ ਘੱਟ ਮਾਲ ਗੱਡੀਆਂ ਨੂੰ ਲਾਂਘਾ ਦੇ ਦਿਓ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲਾਂਘਾ ਦੇਤਾ। ਉਸ ਤੋਂ ਬਾਅਦ ਜਾਣ-ਬੁੱਝ ਕੇ ਹੁਣ ਮੁੱਦਾ ਬਣਾ ਲਿਆ ਕਿ ਬਿਲਕੁਲ ਟਰੈਕ ਖਾਲੀ ਕਰੋ ਜੀ ਤਾਂ ਹੀ ਗੱਡੀਆਂ ਆਉਣਗੀਆਂ, ਅਸੀਂ ਪੈਸੰਜਰ ਗੱਡੀਆਂ ਵੀ ਚਲਾਉਣੀਆਂ। ਕੀ ਇਹ ਪੰਜਾਬ ਨਾਲ ਟਕਰਾਉਣ ਦੀ ਰਾਜਨੀਤੀ ਹੈ? ਕੀ ਇਹ ਟੱਕਰਾ ਲੈ ਰਹੀ ਹੈ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ? ਇਹਨੂੰ ਕਿਵੇਂ ਦੇਖਦੇ ਹੋ ਰੇਲ ਗੱਡੀਆਂ ਵਾਲੇ ਮਸਲੇ ਨੂੰ? ਇਹ ਪੰਜਾਬ ਨੂੰ ਸਬਕ ਸਿਖਾਉਣ ਦਾ ਇੱਕ ਤਰੀਕਾ ਹੈ। ਅੱਛਾ, ਬਦਲਾ ਲੈਣ ਦਾ, ਕਿਉਂਕਿ ਇਹ ਲੜਾਈ ਪੰਜਾਬ ਨੇ ਲੀਡ ਕੀਤੀ ਬਿਲਕੁਲ, ਤੇ ਉਹ ਸਬਕ ਸਿਖਾਉਣ ਤੇ ਆ ਗਏ ਆ। JP ਨੱਡਾ ਦਾ ਬਿਆਨ ਵੀ ਤੁਸੀਂ ਜ਼ਿਕਰ ਕਰ ਰਹੇ ਸੀ। ਰੇਲ ਮੰਤਰੀ ਪਿਊਸ਼ ਗੋਇਲ ਦਾ ਵੀ ਕੱਲ ਚਿੱਠੀ ਲਿਖੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਪਿਊਸ਼ ਗੋਇਲ ਨੂੰ ਵੀ ਅਪੀਲ ਕੀਤੀ ਵੀ ਘੱਟੋ ਘੱਟ ਤੁਸੀਂ ਜਿਹੜੀਆਂ ਰੇਲਵੇ ਟਰੈਕ ਖਾਲੀ ਆ ਹੁਣ ਮਾਲ ਗੱਡੀਆਂ ਕਿਉਂ ਨਹੀਂ ਚਲਾਉਂਦੇ। ਉਹਨੇ ਲਿਖਤੀ ਜਵਾਬ ਇਹ ਦਿੱਤਾ ਆ ਵੀ ਤੁਸੀਂ ਗਰੰਟੀ ਲਓ ਜੀ ਵੀ ਰੇਲਾਂ ਦੇ ਡਰਾਈਵਰਾਂ, ਉਹਦੇ ਗਾਰਡਾਂ ਤੇ ਜਾਂ ਅਮਲੇ ਫੈਲੇ ਤੇ ਕਿਸੇ ਕਿਸਮ ਦਾ ਜਿਹੜਾ ਕੋਈ ਖਤਰਾ ਨਹੀਂ ਰਹੇਗਾ। ਤੁਸੀਂ ਦੱਸੋ ਕਿੰਨੀ ਮਜ਼ਾਹੀਆ ਗੱਲ ਹੈ ਇਹ। ਅੱਗੇ ਕਦੀ ਕੋਈ ਖਤਰਾ ਇਦਾਂ ਦਾ ਆਇਆ? ਜੇ ਰੇਲਵੇ ਟਰੈਕ ਲੋਕਾਂ ਨੇ ਰੋਕੇ ਵੀ ਹੈ ਤਾਂ ਨਾ ਕਿਸੇ ਮਾਲ ਗੱਡੀ ਨੂੰ ਨੁਕਸਾਨ ਪਹੁੰਚਾਇਆ, ਨਾ ਟਰੈਕ ਨੂੰ ਨੁਕਸਾਨ ਪਹੁੰਚਾਇਆ, ਨਾ ਕਿਸੇ ਸਟੇਸ਼ਨ ਨੂੰ ਕੁਝ ਨਹੀਂ। ਇਹ ਸਿਰਫ ਪੰਜਾਬ ਨੂੰ ਸਬਕ ਸਿਖਾਉਣ ਦੀ ਗੱਲ ਹੈ ਵੀ ਠੀਕ ਹੈ ਪੰਜਾਬ ਲੀਡ ਕਰ ਰਿਹਾ, ਪੰਜਾਬ ਨੇ ਸਾਰੇ ਦੇਸ਼ ਦੇ ਵਿੱਚ ਇੱਕ ਲੜਾਈ ਬਣਾ ਦਿੱਤੀ ਹੈ, ਪੰਜਾਬ ਨੂੰ ਸਬਕ ਸਿਖਾਓ। ਤੇ ਉਹਦਾ ਜਵਾਬ ਕੀ ਦਿੱਤਾ ਕਿਸਾਨ ਅੰਦੋਲਨ ਨੇ? ਉਹਦਾ ਜਵਾਬ ਜਿਹੜੀ 2 ਦਿਨ ਦੀ ਮੀਟਿੰਗ ਹੈ ਉਹਦੇ ਜਿਹੜਾ 5 ਨਵੰਬਰ ਦਾ ਜਿਹੜਾ ਚੱਕਾ ਜਾਮ ਹੈ ਉਹ ਇਸ ਕਰਕੇ ਚੱਕਾ ਜਾਮ ਕੀਤਾ ਜਾ ਰਿਹਾ ਵੀ ਪੰਜਾਬ ਲਈ ਰੇਲਾਂ ਤੁਸੀਂ ਬੰਦ ਕਿਉਂ ਕੀਤੀਆਂ। ਉਹਦਾ ਪਹਿਲਾ ਮੁੱਦਾ ਇਹ ਆ। ਬਾਕੀ ਕਿਸਾਨੀ ਮੁੱਦੇ ਬਾਕੀ ਸਾਰੇ ਹੈਗੇ ਆ, ਪਰ ਉਹਨਾਂ ਨੇ ਉਹਦੇ ਬੇਸ 'ਚ ਇਹ ਰੱਖਿਆ ਵੀ ਪੰਜਾਬ ਦੀਆਂ ਰੇਲਾਂ ਬੰਦ ਕਰਨ ਦੇ ਖਿਲਾਫ ਜਿਹੜਾ 5 ਨਵੰਬਰ ਦਾ ਚੱਕਾ ਜਾਮ ਹੈ। ਇਹਦਾ ਮਤਲਬ ਹੈ ਕਿ ਜੇ ਸਰਕਾਰ ਜ਼ਿੱਦ ਤੇ ਹੈ ਤਾਂ ਫਿਰ ਲੜਨ ਵਾਲੇ ਲੋਕ ਵੀ ਜਿਹੜੇ ਆ ਉਹ ਪੂਰੀ ਪ੍ਰੇਰਣਾ ਲੈ ਕੇ ਲੜ ਰਹੇ ਆ ਤੇ ਉਹ ਲੜਨਗੇ ਜਿੱਤ ਤੱਕ ਜੋ ਦਿਖਾਈ ਦੇ ਰਿਹਾ। ਪਰ ਜਿਹੜੀ ਲੜਾਈ ਪੰਜਾਬ ਨਾਲ ਉਹ ਬਣਾਉਣੀ ਚਾਹੁੰਦੇ, ਇਹ ਲੜਾਈ ਇਕੱਲੀ ਪੰਜਾਬ ਨਾਲ ਨਹੀਂ ਬਣਨੀ, ਕਿਉਂਕਿ ਸਿੱਧਾ ਤੌਰ ਤੇ ਕਿਸੇ ਸੂਬੇ ਦੀ ਖੁਦਮੁਖਤਿਆਰੀ ਦੇ ਉੱਤੇ ਹਮਲਾ ਹੈ। ਖੇਤੀ ਕਾਨੂੰਨ ਵੀ ਤੇ ਨਾਲ ਜਿਹੜੇ ਫੈਸਲੇ ਲਏ ਜਾ ਰਹੇ ਉਹ ਵੀ। ਤੇ ਜੇ ਪੰਜਾਬ ਨਾਲ ਇਦਾਂ ਬਦਲਾ ਲਿਆ ਜਾਏਗਾ ਤਾਂ ਮਤਲਬ ਕਿਸੇ ਵੀ ਹੋਰ ਸੂਬੇ ਨਾਲ ਵੀ ਉਹ ਬਦਲਾ ਲੈਣ ਤੱਕ ਜਾਣਗੇ। ਉਹ ਜਿਹੜੀ ਤਾਕਤ ਹੈ ਸੰਵਿਧਾਨਕ ਤੌਰ ਤੇ ਦਿੱਤੀ ਹੋਈ ਉਹਦੀ ਦੁਰਵਰਤੋਂ ਹੈ ਇਹ। ਸੰਵਿਧਾਨ ਨੇ ਬਹੁਤ ਸਾਰੀਆਂ ਤਾਕਤਾਂ ਪਹਿਲੇ ਹਕੂਮਤ ਨੂੰ ਦਿੱਤੀਆਂ ਸੀ, ਸੈਂਟਰ ਗਵਰਨਮੈਂਟ ਨੂੰ। ਉਸ ਤੋਂ ਬਾਅਦ ਸਟੈਪ ਬਾਈ ਸਟੈਪ ਜਿਹੜੇ ਸੂਬੇ ਕੋਲ ਥੋੜ੍ਹੇ ਬਹੁਤ ਅਧਿਕਾਰ ਸੀ ਉਹ ਵੀ ਖੋਏ ਜਾ ਰਹੇ ਆ, ਸੈਂਟਰਲਾਈਜ਼ ਕੀਤਾ ਜਾ ਰਿਹਾ ਤਾਕਤਾਂ ਨੂੰ। ਤੇ ਉਹ ਸੈਂਟਰਲਾਈਜ਼ ਕਰਨ ਦੀ ਜਿਹੜੀ ਉਹ ਗੇਮ ਆ ਉਹਦਾ ਮੁਕਾਬਲਾ ਤਾਂ ਲੋਕਾਂ ਨੂੰ ਕਰਨਾ ਹੀ ਪੈਣਾ, ਨਹੀਂ ਤਾਂ ਤਬਾਹੀ ਮੱਚ ਜਾਏਗੀ। ਲੋਕਾਂ ਨੂੰ ਜੋ ਮੁਕਾਬਲਾ ਕਰਨਾ ਪੈਣਾ ਤਾਂ ਇਹਦੇ ਵਿੱਚ ਸਰਕਾਰ ਇਹ ਵੀ ਕਹਿ ਰਹੀ ਹੈ ਕੇਂਦਰ ਕਿ ਅਸੀਂ
ਪੈਸੰਜਰ ਗੱਡੀਆਂ ਵੀ ਚਲਾਉਣੀਆਂ, ਇਸ ਲਈ ਲਾਂਘਾ ਪੂਰੀ ਤਰ੍ਹਾਂ ਖੋਲ੍ਹ ਦਿਓ। ਇਹ ਹਲੇ ਵੀ ਲਾਕਡਾਊਨ 5 ਅਨਲੌਕ 5 ਪਤਾ ਨਹੀਂ 5ਵਾਂ ਚੱਲ ਰਿਹਾ ਕਹਿੰਦੇ, ਉਹਦੇ ਤਹਿਤ ਅਜੇ ਵੀ ਸਾਰੀਆਂ ਟ੍ਰੇਨਾਂ ਸਰਕਾਰ ਨੇ ਨਹੀਂ ਚਲਾਈਆਂ। ਉਹ ਦੇਸ਼ ਭਰ ਦੇ ਬਾਕੀ ਸੂਬਿਆਂ 'ਚ ਅਜੇ ਵੀ ਪੈਸੰਜਰ ਗੱਡੀਆਂ ਬੰਦ ਨੇ, ਤੇ ਇੱਥੇ ਪੰਜਾਬ ਦਾ ਜ਼ਿਆਦਾ। ਦੇਖੋ, ਜਦੋਂ ਪੈਸੰਜਰ ਗੱਡੀਆਂ ਬੰਦ ਸੀਗੀਆਂ, ਜਦੋਂ ਕਰੋਨਾ ਚੱਲ ਰਿਹਾ ਸੀ, ਉਹਦੇ 'ਚ ਸਾਰਾ ਕੁਝ ਹੀ ਬੰਦ ਸੀ, ਪੈਸੰਜਰ ਗੱਡੀਆਂ ਬੰਦ ਸੀ, ਪਰ ਜਿਹੜਾ ਮਾਲ ਗੱਡੀਆਂ ਰਾਹੀਂ ਜਿਹੜੀ ਜ਼ਰੂਰੀ ਚੀਜ਼ਾਂ ਸੀਗੀਆਂ ਉਹਦੀ ਸਪਲਾਈ ਤਾਂ ਹੋ ਰਹੀ ਸੀ ਨਾ, ਉਹਦੀ ਸਪਲਾਈ ਤਾਂ ਹੋ ਰਹੀ ਸੀ। ਸੋ ਮੁਸਾਫਰ ਗੱਡੀਆਂ ਦਾ ਬਹਾਨਾ ਲਾ ਕੇ ਮਾਲ ਗੱਡੀਆਂ ਨੂੰ ਬੰਦ ਕਰਨਾ, ਇਹ ਦਰਸਾਉਂਦਾ ਹੈ ਕਿ ਉਹਨਾਂ ਦੀ ਨੀਅਤ ਦੇ ਵਿੱਚ ਕਿੰਨੀ ਖੋਟ ਹੈ। ਅਗਲੀ ਨੀਅਤ ਦੇ ਵਿੱਚ ਕੀ ਖੋਟ ਹੈ, ਮੈਂ ਤੁਹਾਨੂੰ ਦੱਸਦਾ। ਇੱਕ ਤਰੀਕਾ ਸੌਖਾ ਜਿਹਾ ਲੱਭ ਲਿਆ, ਸੈਂਟਰ ਗਵਰਨਮੈਂਟ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਸੌਖਾ ਜਿਹਾ ਤਰੀਕਾ ਲੱਭ ਲਿਆ, ਜਿਹੜਾ ਚੂਚਾ ਕਰਦਾ ਥੋੜਾ ਬਹੁਤ ਵੀ ਕਿਸੇ ਸੂਬੇ ਦੇ ਵਿੱਚ, ਉੱਥੇ ਜਿਹੜਾ ਤੁਹਾਡਾ ਐਂਟੀ ਲੀਡਰ ਹੈ ਜਾਂ ਐਂਟੀ ਜਿਹੜੀ ਪਾਰਟੀ ਹੈ, ਉਹਦੇ 2-4 ਲੀਡਰ ਫੜੋ, ਉਹਨਾਂ ਨੂੰ ਧਮਕਾਓ, ਚਾਹੇ ਈਡੀ ਰਾਹੀਂ ਧਮਕਾਓ, ਚਾਹੇ ਸੀਬੀਆਈ ਰਾਹੀਂ ਧਮਕਾਓ। ਫਾਰੂਕ ਅਬਦੁੱਲਾ ਨੂੰ ਸੀਬੀਆਈ ਰਾਹੀਂ ਧਮਕਾਇਆ ਜਾ ਰਿਹਾ। ਬਿਲਕੁਲ। ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਬੇਟੇ ਰਾਣਿੰਦਰ ਨੂੰ 4 ਸਾਲਾਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ। 4 ਸਾਲ ਕਿਉਂ ਨਹੀਂ ਯਾਦ ਆਇਆ? 4 ਸਾਲ ਨਹੀਂ ਯਾਦ ਆਇਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਨੂੰ ਡਰਾਓ। ਵੱਖਰੀ ਗੱਲ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲੀ ਵਾਰੀ ਨਹੀਂ ਸਾਨੂੰ ਨੋਟਿਸ ਆਇਆ, ਪਰ ਫਿਰ ਵੀ ਇੱਕ ਮਨ ਤੇ ਬੋਝ ਪੈਂਦਾ ਲਾਜ਼ਮੀ। ਮੈਂ ਕਹਿੰਦਾ, ਚਾਹੇ ਸੁਸ਼ੀਲ ਜੀ, ਮੈਂ ਥੋੜੀ ਗੱਲ ਕੱਟ ਰਿਹਾ, ਚਾਹੇ ਕਪੜਾ ਹੋਵੇ, ਜੇ ਕਪੜਾ ਜਾਇਜ਼ ਹੈ, ਜੇ ਕਪੜਾ ਜਾਇਜ਼ ਹੈ ਤਾਂ ਉਸ ਸਮੇਂ 4 ਸਾਲ ਤੁਸੀਂ ਕਿਉਂ ਚੁੱਪ ਰਹੇ? ਤੇ ਅੱਜ ਇਸ ਮੌਕੇ ਕਰਨੇ ਦਾ ਮਤਲਬ ਚਾਹੇ ਉਹ ਕਪੜਾ ਹੈ ਚਾਹੇ ਨਹੀਂ ਹੈ, ਤਾਂ ਵੀ ਅਮਰਿੰਦਰ ਦੇ ਬਿਲਕੁਲ ਇੱਕ ਪ੍ਰੈਸ਼ਰ ਬਿਲਡ ਕਰਨਾ ਕੈਪਟਨ ਅਮਰਿੰਦਰ ਤੇ, ਵੀ ਇਹ ਪੰਜਾਬ ਦੀ ਕਿਸਾਨੀ ਦੇ ਅੰਦੋਲਨ ਲਈ ਨਰਮੀ ਵਰਤ ਰਹੇ ਆ। ਅਸਲ 'ਚ ਜਿਹੜੀ ਗੱਲ ਮੈਂ ਪਹਿਲਾਂ ਪਿਛਲੇ ਪ੍ਰੋਗਰਾਮਾਂ 'ਚ ਕਹੀ ਆ ਕਿ ਉਹ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਭੇਜਣਾ ਚਾਹੁੰਦੇ ਆ, ਉਹ ਉਸ ਹਾਲਤ 'ਚ ਭੇਜਣਗੇ ਜੇ ਪੰਜਾਬ ਪੁਲਿਸ ਕੁਝ ਨਹੀਂ ਕਰੇਗੀ। ਪੰਜਾਬ ਪੁਲਿਸ ਇਹਨਾਂ ਧਰਨਾਕਾਰੀ ਕਿਸਾਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗੀ ਤਾਂ ਉਹ ਕੰਮ ਕਰਨਗੇ। ਪਰ ਉਸ ਤੋਂ ਪਹਿਲਾਂ ਡਰਾ ਕੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੀ ਪੁਲਿਸ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਐਕਸ਼ਨ ਕਰਾਉਣਾ ਚਾਹੁੰਦੇ ਆ, ਵੀ ਕੋਈ ਨਾ ਕੋਈ ਐਕਸ਼ਨ ਲੈਣ। ਮੁੱਖ ਮੰਤਰੀ ਦੇ ਬਿਆਨ ਵੀ ਕੁਝ ਇਦਾਂ ਦੇ ਆਏ ਆ ਵੀ ਕਿਸਾਨਾਂ ਨੂੰ ਜੀ ਅੰਦੋਲਨ ਜਿਹੜਾ ਆ ਉਹਨੂੰ ਸਹੀ ਦਿੱਲੀ ਨੂੰ ਲੈ ਜਾਣਾ ਚਾਹੀਦਾ। ਉਹ ਇਸੇ ਕਰਕੇ ਮੁੱਖ ਮੰਤਰੀ ਇਹ ਬਿਆਨਬਾਜ਼ੀ ਕਰ ਰਹੇ ਆ ਵੀ ਮੇਰੇ ਤੇ ਪ੍ਰੈਸ਼ਰ ਬਿਲਡ ਹੋ ਰਿਹਾ, ਕਿਤੇ ਪੰਜਾਬ ਪੁਲਿਸ ਜਿਵੇਂ ਵਰਤ ਦਿੱਤੀ ਕਿਸਾਨਾਂ ਦੇ ਉੱਤੇ, ਤੇ ਜਿਹੜੀ ਲੜਾਈ ਬੀਜੇਪੀ ਦੇ ਖਿਲਾਫ ਹੈ ਉਹ ਕਾਂਗਰਸ ਖਿਲਾਫ ਬਣ ਜਾਏਗੀ। 2022 ਕੀ ਕਰਾਂਗੇ? ਸੋ ਬੜੇ ਕਸੂਤਾ ਜੀ ਸਿਚੁਏਸ਼ਨ ਦੇ ਵਿੱਚ ਪੰਜਾਬ ਦੀ ਗਵਰਨਮੈਂਟ ਵੀ ਹੈ, ਕੈਪਟਨ ਅਮਰਿੰਦਰ ਵੀ ਹੈ, ਤੇ ਸੈਂਟਰ ਦਾ ਇਹ ਰਵੱਈਆ ਦੱਸਦਾ ਹੈ ਕਿ ਕਿਸੇ ਨੂੰ ਡਰਾ ਲਓ, ਕਿਸੇ ਨੂੰ ਪਲੋਸ ਲਓ, ਕਿਸੇ ਨੂੰ ਧਮਕਾ ਲਓ। ਇਹ ਪਾਲਿਸੀ ਜਿਹੜੀ ਆ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ। ਕੈਪਟਨ ਅਮਰਿੰਦਰ ਦੇ ਬੇਟੇ ਨੂੰ ਸੰਮਨ ਜਾਰੀ ਕਰਵਾਉਣਾ ਜਿਹੜਾ ਆ ਉਹਦਾ ਹੀ ਨਤੀਜਾ, ਉਹਦੀ ਲੜੀ ਦਾ ਹਿੱਸਾ ਹੈ। ਉਸੇ ਲੜੀ ਦਾ ਜੇ ਹਿੱਸਾ ਆਪਾਂ ਇਸ ਤੋਂ ਪਹਿਲਾਂ ਕਿ ਬ੍ਰੇਕ ਤੇ ਜਾਈਏ, ਮੈਂ ਇਸੇ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਜਾਣਨਾ ਚਾਹੁੰਦਾ ਕਿ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਮਤਾ ਪਿਆ ਸੀ ਤਾਂ ਕੈਪਟਨ ਨੇ ਕਿਹਾ ਸੀ ਕਿ ਮਤੇ ਹੁਣ ਦੇਸ਼ ਦੇ ਹੋਰ ਸੂਬਿਆਂ 'ਚ ਵੀ ਪੈਣਗੇ। ਕੱਲ 22 ਦੇਸ਼ ਦੇ 22 ਸੂਬਿਆਂ ਦੇ ਕਿਸਾਨ ਇੱਕ ਮੇਜ਼ ਤੇ ਸੀਗੇ, 250 ਤੋਂ ਵੱਧ ਜਥੇਬੰਦੀਆਂ। ਤੁਸੀਂ ਕਿਹਾ ਕਿ 16 ਸੂਬਿਆਂ ਨੂੰ ਧਿਆਨ 'ਚ ਰੱਖ ਕੇ ਇਹ ਲੜਾਈ ਲੜੀ ਜਾ ਰਹੀ ਆ, ਪਰ ਕੀ ਰਾਜਨੀਤਿਕ ਤੌਰ ਤੇ ਵੀ ਇਸ ਬਿੱਲ ਦੀਆਂ ਕਾਪੀਆਂ ਹੋਰ ਸੂਬਿਆਂ 'ਚ ਜਾ ਸਕਦੀਆਂ ਨੇ? ਕੀ ਉੱਥੇ ਦੀਆਂ ਰਾਜਨੀਤਿਕ ਧਿਰਾਂ ਵੀ ਇਹ ਮਤੇ ਲਿਆ ਸਕਦੀਆਂ ਨੇ? ਮੈਂ ਤਾਂ ਇਹਦੇ 'ਚ ਸਗੋਂ ਹੋਰ ਗੱਲ ਕਹਿਣੀ ਚਾਹੁੰਦਾ। ਮੈਂ ਕਹਿਣਾ ਚਾਹੁੰਦਾ ਜਿਹੜੇ ਬਾਕੀ ਸੂਬੇ ਉਹਨਾਂ ਨੂੰ ਕਰਨਾ ਤਾਂ ਚਾਹੀਦਾ ਹੈ। ਉਹ ਕਾਪੀਆਂ ਬੇਸ਼ੱਕ ਨਾ ਕਰਨ, ਜੇ ਉਹਨਾਂ ਨੂੰ ਲੱਗਦਾ ਹੈ ਵੀ ਇਹਦੇ 'ਚ ਕੋਈ ਖਾਮੀ ਹੈ, ਸਗੋਂ ਖਾਮੀਆਂ ਦੂਰ ਕਰਕੇ ਆਪਣੀਆਂ। ਮਸਲਨ ਆਮ ਆਦਮੀ ਪਾਰਟੀ 1.5 ਘੰਟੇ ਬਾਅਦ ਮੁੱਕਰ ਜਾਂਦੀ ਹੈ। ਅਮਨ ਅਰੋੜਾ ਤੋਂ ਲੈ ਕੇ ਹਰਪਾਲ ਚੀਮੇ ਤੱਕ, ਭਗਵੰਤ ਮਾਨ ਤੱਕ ਜਿਹੜੇ ਆ ਉਹ ਕਹਿੰਦੇ ਆ ਲਓ ਜੀ ਇਹ ਕੇਜਰੀਵਾਲ ਤੱਕ ਬਿੱਲ 'ਚ ਬੜੀਆਂ ਕਮੀਆਂ। ਮੰਨ ਲਈ ਗੱਲ, ਅਸੀਂ ਵੀ ਕਹਿੰਦੇ ਕਮੀਆਂ, ਅਸੀਂ ਕਮੀਆਂ ਗਿਣਾਤੀਆਂ ਇਹਦੇ 'ਚ, ਪਰ ਫਿਰ ਵੀ ਜਿੰਨਾ ਕੀਤਾ ਠੀਕ ਕੀਤਾ। ਅਸੀਂ ਇਹੀ ਕਹਿਣਾ, ਅਸੀਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਹ ਕੰਮ ਕਰੇ ਵੀ ਜਿਹੜੀਆਂ ਕਮੀਆਂ ਪੰਜਾਬ ਦੇ ਬਿੱਲਾਂ ਦੇ ਵਿੱਚ ਆ ਉਹ ਕਮੀਆਂ ਦੂਰ ਕਰਕੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਰੱਖ ਦੇਣ। ਨਵਾਂ ਬਿੱਲ ਲਿਆ ਦੇਵੇ, ਨਾਲੇ ਪੰਜਾਬ 'ਚ ਤੁਹਾਡੀ ਸੇਵ ਬਣੂਗੀ। ਕਰ ਲਓ ਨਾ ਏਦਾਂ ਹੀ। ਬਾਕੀ ਜਿਹੜੀਆਂ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੂੰ ਜਿਹੜੀਆਂ ਆਪਣੀਆਂ ਸਟੇਟਸ ਹੈ ਉਹਨਾਂ ਨੂੰ ਇਹ ਨਿਰਦੇਸ਼ਿਤ ਕਰਨਾ ਚਾਹੀਦਾ ਵੀ ਭਾਵੇਂ ਪੰਜਾਬ ਦਾ ਬਿੱਲ ਜਿਹੜਾ ਆ ਸੰਪੂਰਨ ਨਾ ਵੀ ਹੋਵੇ, ਤੁਸੀਂ ਆਪਣੀ ਮਰਜ਼ੀ ਦੇ ਬਿੱਲ ਲਿਆਓ। ਕੇਂਦਰ ਦੇ ਜਿਹੜੇ ਖੇਤੀ ਕਾਨੂੰਨ ਆ ਉਹਨੂੰ ਰੱਦ ਕਰਨ ਦੇ ਬਿੱਲ ਪਾਸ ਕਰੋ। ਠੀਕ ਹੈ ਨਾ ਜੀ, ਇੱਕ ਪ੍ਰੈਸ਼ਰ ਬਿਲਡ ਹੋਏਗਾ। ਸੋ ਜਿੱਥੇ ਦਿੱਲੀ ਦੀ ਇੱਕ ਪਰਖ ਹੈ ਇਸ ਵੇਲੇ, ਅਰਵਿੰਦ ਕੇਜਰੀਵਾਲ ਦੀ ਪਰਖ ਹੈ, ਉੱਥੇ ਪੰਜਾਬ ਤੋਂ ਇਲਾਵਾ ਜਿਹੜੀਆਂ ਸਰਕਾਰਾਂ ਐਂਟੀ ਬੀਜੇਪੀ ਹੈ, ਐਂਟੀ ਐਨਡੀਏ ਹੈ, ਉਹਨਾਂ ਦੀ ਵੀ ਪਰਖ ਦੀ ਘੜੀ ਹੈ ਵੀ ਤੁਸੀਂ ਝੂਠ ਬੋਲਦੇ ਕਿਸਾਨਾਂ ਨਾਲ ਖੜਨ ਦੇ ਦਾਅਵੇ ਕਰਦੇ ਹੋ ਜਾਂ ਸੱਚਮੁੱਚ ਖੜੇ ਹੋ। ਸੋ ਇਹ ਪਰਖ ਦੀ ਘੜੀ ਆ ਹੋਰ ਸੂਬਿਆਂ ਦੀ ਵੀ। ਜੇਕਰ ਹੋਰ ਸੂਬਿਆਂ ਦੇ ਕਿਸਾਨ ਜਥੇਬੰਦੀਆਂ, ਹੋਰ ਸੂਬਿਆਂ ਦੀਆਂ ਸੰਗਠਨ, ਆਮ ਸੰਗਠਨ ਵੀ ਕਿਸਾਨਾਂ ਦੇ ਨਾਲ ਖੜੇ ਹੋ ਗਏ ਨੇ, ਦੇਸ਼ ਭਰ 'ਚ ਇੱਕ ਲਹਿਰ ਦੇ ਰੂਪ 'ਚ ਉੱਠ ਖੜੇ ਹੋਏ ਨੇ, ਤਾਂ ਇਸ ਸਮੇਂ ਰਾਜਨੀਤਿਕ ਧਿਰਾਂ ਦੀ, ਸੱਤਾਧਾਰੀ ਧਿਰਾਂ ਦੀ, ਖਾਸ ਕਰ ਭਾਰਤੀ ਜਨਤਾ ਪਾਰਟੀ ਦੇ ਬਾਹਰਲੇ ਜਿਹੜੇ ਦਲ ਨੇ ਉਹਨਾਂ ਸਾਰਿਆਂ ਦੀ ਪਰਖ ਦੀ ਘੜੀ ਆ ਕਿ ਕੀ ਉਹ ਆਪਣੇ ਕਿਸਾਨਾਂ ਨਾਲ ਖੜਦੇ ਨੇ। ਸੋ ਜਿਵੇਂ ਸੁਸ਼ੀਲ ਜੀ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿਧਾਨ ਸਭਾ 'ਚ ਲਿਆਂਦੇ ਬਿੱਲਾਂ 'ਚ ਕੁਝ ਖਾਮੀਆਂ ਨੇ, ਉਹਨਾਂ ਖਾਮੀਆਂ ਨੂੰ ਦੂਰ ਕਰਕੇ ਤੁਸੀਂ ਆਪਣਾ ਨਵਾਂ ਖਰੜਾ ਤਿਆਰ ਕਰੋ ਤੇ ਆਪਣੇ ਬਿੱਲ ਪੇਸ਼ ਕਰੋ ਤਾਂ ਕਿ ਲੱਗੇ ਕਿ ਤੁਸੀਂ ਵੀ ਕਿਸਾਨਾਂ ਦੇ ਨਾਲ ਖੜੇ ਹੋ। ਸੋ ਇਸ ਲਈ ਇਸ ਪਰਖ ਦੀ ਘੜੀ ਦੇ ਵਿੱਚੋਂ ਕਿਹੜਾ ਪਾਰ ਉਤਰਦਾ ਇਹਦੇ ਪਰ ਵੀ ਨਜ਼ਰ ਰਹੇਗੀ। ਪਰ ਮਸਲਾ ਜੰਮੂ ਕਸ਼ਮੀਰ ਦਾ ਵੀ ਉੱਥੇ ਹੀ ਖੜਾ। ਕੀ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਪੰਜਾਬ ਨੂੰ ਧਮਕਾਉਣ ਦੀ ਸਾਜ਼ਿਸ਼ ਹੈ? ਕੀ ਜੰਮੂ ਕਸ਼ਮੀਰ ਸੇਲ ਤੇ ਲਾ ਕੇ ਕਿਹਾ ਜਾ ਰਿਹਾ ਕਿ ਅਗਲੀ ਵਾਰੀ ਪੰਜਾਬ ਦੀ ਹੈ? ਸੋ ਇਸ ਤੇ ਵੀ ਚਰਚਾ ਕਰਾਂਗੇ, ਪਰ ਸਮਾਂ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਲਈ ਰੁਕਾਂਗੇ, ਹੁਣੇ ਪਰਤੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ।
ਵਿਜ਼ਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਕੋਈ ਵੀ ਚਾਹੇ ਉਹ ਘਰ ਬਾਰ ਥਾਂ ਪਲਾਟ ਬੜੇ ਉਦਯੋਗਿਕ ਥਾਵਾਂ ਖਰੀਦ ਸਕਦਾ, ਜ਼ਮੀਨਾਂ ਜਾਇਦਾਦਾਂ ਖਰੀਦ ਸਕਦਾ। ਸੋ ਉਹਦਾ ਅਸਰ ਕੀ ਇਕੱਲੇ ਜੰਮੂ ਕਸ਼ਮੀਰ ਤੱਕ ਹੀ ਪੈਣਾ ਜਾਂ ਉਹਦਾ ਪੰਜਾਬ ਤੱਕ ਵੀ ਅਸਰ ਹੋਣਾ? ਸੁਸ਼ੀਲ ਜੀ, ਪੰਜਾਬ ਦੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਲੋਕ ਇਹ ਗੱਲ ਮੰਚਾਂ ਤੋਂ, ਰੈਲੀਆਂ 'ਚੋਂ, ਧਰਨਿਆਂ 'ਚੋਂ ਆਖਦੇ ਸੀ ਕਿ ਜਿਵੇਂ ਜੰਮੂ ਕਸ਼ਮੀਰ 'ਚ ਕੋਈ ਜਗ੍ਹਾ ਨਹੀਂ ਖਰੀਦ ਸਕਦਾ, ਹਿਮਾਚਲ 'ਚ ਨਹੀਂ ਖਰੀਦ ਸਕਦਾ, ਕਈ ਹੋਰ ਸੂਬਿਆਂ 'ਚ ਆ ਕੇ ਬਾਹਰਲੇ ਸੂਬਿਆਂ ਵਾਲੇ ਨਹੀਂ ਖਰੀਦ ਸਕਦੇ, ਉਹੀ ਕਾਨੂੰਨ ਪੰਜਾਬ 'ਚ ਲਾਗੂ ਕਰੋ ਕਿ ਇੱਥੇ ਵੀ ਬਾਹਰਲੇ ਸੂਬਿਆਂ ਵਾਲੇ ਆ ਕੇ ਜ਼ਮੀਨਾਂ ਨਾ ਖਰੀਦਣ। ਪਰ ਹੁਣ ਜੰਮੂ ਕਸ਼ਮੀਰ ਤਾਂ ਕਹਿੰਦੇ ਲਾਤਾ ਸੇਲ ਤੇ। ਤੁਸੀਂ ਉਹ ਸਰਕਾਰ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ? ਕੀ ਜੰਮੂ ਕਸ਼ਮੀਰ ਵਿਕਣ ਲਈ ਖੁੱਲੀ ਮੰਡੀ ਛੱਡਤਾ? ਆ ਦੇਖੋ, ਜਿਹੜਾ ਕਵੀ ਹੁੰਦਾ ਨਾ ਜੀ, ਉਹ ਬਹੁਤ ਦੇਰ ਪਹਿਲਾਂ ਦੇਖ ਲੈਂਦਾ ਵੀ ਕੀ ਹੋਣ ਵਾਲਾ। ਸਾਡੇ ਇੱਕ ਸ਼ਾਇਰ ਦੋਸਤ ਨੇ ਸੁਰਜੀਤ ਜੱਜ, ਉਹਨਾਂ ਨੇ 25 ਸਾਲ ਪਹਿਲਾਂ ਪੰਜਾਬ ਦੇ ਕਿਸਾਨ ਨੂੰ ਸੰਬੋਧਨ ਹੋ ਕੇ ਇੱਕ ਗੀਤ ਲਿਖਿਆ ਸੀ, ਜਿਹਦੀ ਪਹਿਲੀ ਸਤਰ ਇਹ ਸੀ ਕਿ ਤੂੰ ਰੋਣਾ ਚੰਦ ਸਿਆੜਾ ਨੂੰ ਇਹਨਾਂ ਸਾਰਾ ਦੇਸ਼ ਵਿਕਾ ਲੈਣਾ। ਓਏ, ਇਹ 25 ਸਾਲ ਪਹਿਲਾਂ ਇੱਕ ਸ਼ਾਇਰ ਲਿਖ ਰਿਹਾ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਦੇਸ਼ ਦਾ, ਜੰਮੂ ਕਸ਼ਮੀਰ ਦੀ ਗੱਲ ਕਰਦੇ ਆਪਾਂ, ਸਾਰਾ ਦੇਸ਼ ਹੀ ਸੇਲ ਤੇ ਲੱਗਾ। ਇਹ ਸਾਰੇ ਦੇਸ਼ ਨੂੰ ਬਕਾਉਣ ਦੀ ਤਿਆਰੀ ਹੈ। ਜਿਹੜੇ ਆ ਨਵੇਂ ਖੇਤੀ ਕਾਨੂੰਨ ਹੈ, ਦੇਸ਼ ਨੂੰ ਵੇਚਣ ਦੀ ਤਿਆਰੀ ਹੈ। ਜਿਹੜੀਆਂ ਸਾਡੀਆਂ ਜ਼ਮੀਨਾਂ ਆ, ਜਿਹੜਾ ਸਾਡਾ ਕਿਸਾਨ ਦਾ ਤੁਸੀਂ ਇਹ ਕਹਿ ਲਓ ਜੀਣ ਮਰਨ ਹੈ ਜਿੱਥੇ, ਉਹਨੂੰ ਖੋਣ ਦੀ ਤਿਆਰੀ ਹੈ। ਬੁਨਿਆਦ ਜਦੋਂ ਥੱਲੇ ਸਾਡੀ ਨੀਂਹ ਖੋਲੀ। ਜਿੱਥੋਂ ਤੱਕ ਜੰਮੂ ਕਸ਼ਮੀਰ ਦਾ ਮਸਲਾ ਆ, ਉਹਦੇ 'ਚ ਸਾਫ਼ ਜਿਹੀ ਗੱਲ ਹੈ, ਜਦੋਂ ਧਾਰਾ 370 ਹਟਾ ਦਿੱਤੀ ਗਈ, 35 ਹਟਾ ਦਿੱਤਾ ਗਿਆ, ਉਦੋਂ ਹੀ ਸਾਨੂੰ ਪਤਾ ਸੀ ਇਹ ਕੁਝ ਗਾਂ ਹੋਣਾ ਆ। ਤੁਸੀਂ 1.5 ਸਾਲ ਤੱਕ ਉੱਥੋਂ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਨਜ਼ਰਬੰਦ ਰੱਖਦੇ ਹੋ। ਹੁਣ ਉਹ ਬਾਹਰ ਆਏ ਨੇ, ਤੇ ਬਾਹਰ ਆ ਕੇ ਉਹਨਾਂ ਨੇ ਇੱਕ ਗਰੁੱਪ ਵੀ ਬਣਾ ਲਿਆ। ਉਹਨਾਂ ਨੇ 7 ਪਾਰਟੀਆਂ ਨੇ ਇੱਕ ਗਰੁੱਪ ਬਣਾਇਆ ਜਿਹੜਾ ਇਹ ਸਾਰੇ ਕਾਨੂੰਨ ਜਿਹੜੇ ਉੱਥੇ ਲਿਆਂਦੇ ਗਏ ਆ, ਧਾਰਾ 370 ਹਟਾਈ ਗਈ ਹੈ, 35 ਹਟਾਈ ਗਈ ਆ, ਜਾਂ ਜਿਹੜਾ ਨਵਾਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਇਹਦੇ ਖਿਲਾਫ ਉਹ ਲੜਾਈ ਦਾ ਆਧਾਰ ਤਿਆਰ ਕਰ ਰਿਹਾ ਹੈ। ਚੰਗੀ ਗੱਲ ਹੈ ਕਿ ਉਹ 7 ਜਿਹੜੀਆਂ ਪਾਰਟੀਆਂ ਦੇ ਵਿੱਚ ਨੈਸ਼ਨਲ ਕਾਨਫਰੰਸ ਵੀ ਹੈ, PDP ਵੀ ਆ, ਤੇ ਆਪਸ ਵਿੱਚ ਟਕਰਾਉਂਦੀਆਂ ਸੀ, CPIM ਵੀ ਹੈ, ਤੇ ਉਹ ਸਾਰੀਆਂ ਪਾਰਟੀਆਂ ਜਿਹੜੀਆਂ, ਉਹ 'ਚ ਫਾਰੂਕ ਅਬਦੁੱਲਾ ਨੂੰ ਉਹਨਾਂ ਨੇ ਇੱਕ ਕਿਸਮ ਦਾ ਚੇਅਰਮੈਨ ਬਣਾਇਆ, ਡਿਪਟੀ ਚੇਅਰਮੈਨ ਮਹਿਬੂਬਾ ਮੁਫਤੀ ਨੂੰ ਬਣਾਇਆ, CPM ਦਾ ਜਿਹੜਾ ਯੂਸਫ ਤਾਰੀਗਾਮੀ ਆ ਉਹਨੂੰ ਕਨਵੀਨਰ ਬਣਾਇਆ। ਸੋ ਉਹ ਲੜਾਈ ਉਹ ਆਪਣੇ ਲੈਵਲ ਤੇ ਲੜਨਗੇ। ਪਰ ਜਿਹੜੀ ਗੱਲ ਤੁਹਾਡੀ ਆ, ਉਹ ਗੱਲ ਠੀਕ ਹੈ ਕਿ ਹੁਣ ਜਿਹੜੀਆਂ ਜ਼ਮੀਨਾਂ ਦਾ ਮਸਲਾ ਆ, ਉਹ ਜ਼ਮੀਨਾਂ ਰਾਹੀਂ ਦੇਖੋ ਤੁਸੀਂ ਸ਼ੈਤਾਨੀ ਕਿੰਨੀ ਉਹਦੇ 'ਚ, ਉਸ 'ਚ ਦਰਜ ਕੀ ਹੈ, ਭੁਲੇਖਾ ਬਹੁਤ ਤਕੜਾ ਦਿੱਤਾ ਗਿਆ ਵੀ ਜਿਹੜੀ ਖੇਤੀਯੋਗ ਜ਼ਮੀਨ ਜਿਹੜੀ ਆ, ਉਹਨੂੰ ਜਿਹੜਾ ਖੇਤੀ ਕਰਦਾ ਬੰਦਾ ਉਹੀ ਖਰੀਦ ਸਕਦਾ। ਪਰ ਨਾਲ ਇੱਕ ਆਪਸ਼ਨ ਕੀ ਪਾਤੀ, ਨਾਲ ਆਪਸ਼ਨ ਪਾ ਦਿੱਤੀ ਵੀ ਹਾਂ 2 ਏਰੀਏ ਹੈਗੇ ਆ, ਜੇ ਤੁਸੀਂ ਕੋਈ ਐਜੂਕੇਸ਼ਨਲ ਇੰਸਟੀਚਿਊਟ ਉਸਾਰਨਾ ਆ ਜਾਂ ਜੇ ਤੁਸੀਂ ਕੋਈ ਹੈਲਥ ਦਾ ਇੰਸਟੀਚਿਊਟ ਉਸਾਰਨਾ ਤਾਂ ਉਹ ਜ਼ਮੀਨ ਦਿੱਤੀ ਜਾ ਸਕਦੀ ਹੈ। ਹੁਣ ਨਾ ਤਾਂ ਦੀਪਕ ਨੇ ਜਾ ਕੇ ਉੱਥੇ ਕੋਈ ਹਸਪਤਾਲ ਬਣਾਉਣਾ, ਨਾ ਮੈਂ ਜਾ ਕੇ ਕੋਈ ਸਕੂਲ ਖੋਲ੍ਹਣਾ ਹੈ, ਸਾਡੀ ਤਾਕਤ ਹੀ ਨਹੀਂ ਹੈ, ਅਸੀਂ ਸਧਾਰਨ ਬੰਦੇ ਆ। ਬਿਲਕੁਲ, ਇਹਦਾ ਮਤਲਬ ਵੱਡੇ ਉਦਯੋਗ, ਉਹ ਏਰੀਆ ਜਿਹੜਾ ਹੈਲਥ ਦਾ ਤੇ ਐਜੂਕੇਸ਼ਨ ਦਾ, ਉਹ ਵੱਡੇ ਉਦਯੋਗਪਤੀਆਂ ਦੇ ਹੱਥੇ ਹੀ ਹੈ। ਉਹਨਾਂ ਨੇ ਖੇਤੀ ਵਾਲੀ ਜ਼ਮੀਨ ਚੱਕਣੀ, ਖੇਤੀ ਵਾਲੀ ਜ਼ਮੀਨ ਉਹਨਾਂ ਨੂੰ ਦੇਣ ਦੀ ਤਿਆਰੀ ਹੈ ਵੀ ਸਾਰਾ ਕੁਝ ਹੀ ਦੇ ਦਿਓ। ਬਾਕੀ ਜਿਹੜਾ ਸਾਰਾ ਕੁਝ ਕੀਤਾ ਗਿਆ ਉਹ ਇਸ ਕਰਕੇ ਵੀ ਹੈ ਵੀ ਹੌਲੀ ਹੌਲੀ ਉੱਥੋਂ ਜਿਹੜੀ ਮੁਸਲਿਮ ਆਬਾਦੀ ਹੈ ਉਹਨੂੰ ਹਿਜਰਤ ਕਰਨ ਲਈ ਮਜਬੂਰ ਕਰਨਾ ਹੈ। ਤੇ ਸਾਰੇ ਦੇਸ਼ ਦੇ ਵਿੱਚੋਂ ਜਿਹੜੀ ਉਹਨਾਂ ਦੇ ਕਰਤੇ ਧਰਤੇ ਆ, ਜਾਂ ਕਹਿ ਲਓ ਵੀ RSS ਦੀ ਜਿਹੜੀ ਅਪਰੋਚ ਰੱਖਣ ਵਾਲੇ ਲੋਕ, ਵੱਡੇ ਲੋਕ ਜਿਹੜੇ ਆ, ਉਹਨਾਂ ਨੂੰ ਉੱਥੇ ਜਿਹੜਾ ਵਾੜਨਾ ਹੈ ਤੇ ਇੱਕ ਵੋਟ ਦੀ ਤਾਕਤ ਵੀ ਬਣਾਉਣੀ ਹੈ, ਤੇ ਹੌਲੀ ਹੌਲੀ ਉਸ ਸਾਰੇ ਜੰਮੂ ਕਸ਼ਮੀਰ ਤੇ ਕਬਜ਼ਾ ਕਰਨਾ ਹੈ ਰਾਜਨੀਤਿਕ ਤੌਰ ਦੇ ਉੱਤੇ। ਇਹ ਲੜਾਈ ਹੈ। ਦੂਜੀ ਗੱਲ ਇਹ ਆ, ਇਹ ਖੁਦ ਮੁਖਤਿਆਰੀ ਦਾ ਮਸਲਾ ਸਿੱਧੇ ਤੌਰ ਤੇ ਹੈ। ਸਪੈਸ਼ਲ ਸਟੇਟਸ ਜਿਹੜਾ ਅਸੀਂ ਉਹਦੇ ਹੱਕ 'ਚ ਹੈ, ਮੈਂ ਘੱਟੋ ਘੱਟ ਹੱਕ 'ਚ ਹੈ। ਜੇ ਜੰਮੂ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਸੀ ਤਾਂ ਇਹਦਾ ਮਤਲਬ ਕੁਝ ਇਤਿਹਾਸਕ, ਕੁਝ ਆਰਥਿਕ ਕਾਰਨ ਹੋਣਗੇ ਨਾ, ਤਾਂ ਹੀ ਸਪੈਸ਼ਲ ਸਟੇਟਸ ਸੀ। ਪਹਿਲੇ ਲੋਕ ਬੇਵਕੂਫ ਤਾਂ ਹੈ ਨਹੀਂ ਸੀ। ਜਦੋਂ ਜੰਮੂ ਕਸ਼ਮੀਰ ਜਿਹੜਾ ਆ ਉਹ ਭਾਰਤ ਦਾ ਹਿੱਸਾ ਬਣਦਾ ਹੈ ਤੇ ਉਹ ਸਾਰੀਆਂ ਸ਼ਰਤਾਂ ਤੈਅ ਹੋਈਆਂ ਨਾ। ਇੱਕ ਤਾਂ ਤੁਸੀਂ ਉਹਨਾਂ ਨੂੰ ਭੰਗ ਕੀਤਾ। ਦੂਜੀ ਗੱਲ, ਸਪੈਸ਼ਲ ਸਟੇਟਸ ਦੇ ਮਸਲੇ ਤੇ ਜਿਹੜੀ ਗੱਲ ਤੁਸੀਂ ਵੀ ਕੀਤੀ ਹੈ, ਜਦੋਂ ਪੰਜਾਬ ਵੀ ਇਹ ਮੰਗ ਕਰ ਰਿਹਾ ਸੀ, ਤੇ ਅਸੀਂ ਜਦੋਂ ਇਹ ਮੰਗ ਕਰਦੇ ਹਾਂ ਤੇ ਅਸੀਂ ਬਿਲਕੁਲ ਵੀ ਹਿਮਾਚਲ ਜਾਂ ਜੰਮੂ ਕਸ਼ਮੀਰ ਨੂੰ ਜਾਂ ਉੱਤਰਾਖੰਡ ਨੂੰ ਪਹਾੜੀ ਸੂਬੇ ਹੋਣ ਕਰਕੇ ਜਿਹੜੀਆਂ ਰਿਆਇਤਾਂ ਦਿੱਤੀਆਂ ਗਈਆਂ ਜਾਂ ਸਪੈਸ਼ਲ ਸਟੇਟਸ ਦਿੱਤਾ ਹੈਗਾ, ਉਹਦੇ ਖਿਲਾਫ ਨਹੀਂ ਆ। ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਅਸੀਂ ਆਪਣਾ ਹੱਕ ਇਸ ਲੈਵਲ ਤੇ ਮੰਗ ਰਹੇ ਹਾਂ। ਅਸੀਂ ਸਰਹੱਦ ਤੇ ਬੈਠੇ ਹਾਂ। ਅਸੀਂ ਬਾਰਡਰ ਸਟੇਟ ਹੋਣ ਕਰਕੇ ਸਪੈਸ਼ਲ ਸਟੇਟਸ ਮੰਗ ਰਹੇ ਹਾਂ ਵੀ ਹਰ ਹਮਲਾ ਤਾਂ ਸਾਡੇ ਤੇ ਹੁੰਦਾ, ਸਾਡੇ ਤੇ ਹੁੰਦਾ। ਲੜਾਈ ਅਸੀਂ ਮਰ ਲਈ ਪੰਜਾਬ ਨੂੰ ਜੇ ਤੁਸੀਂ ਅੰਨਦਾਤਾ ਕਹਿੰਦੇ ਹੋ, ਜੇ ਪੰਜਾਬ ਬਾਰਡਰ ਤੇ ਬੈਠਾ ਹੈ ਤੇ ਇਹਨੂੰ ਸਪੈਸ਼ਲ ਸਟੇਟਸ ਕਿਉਂ ਨਹੀਂ? ਜਦੋਂ ਤੁਸੀਂ ਹਿਮਾਚਲ ਨੂੰ, ਉੱਤਰਾਖੰਡ ਨੂੰ ਜਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਸੀਗਾ, ਸਾਡੀ ਜਿਹੜੀ ਇੰਡਸਟਰੀ ਪਹਿਲਾਂ ਤਬਾਹ ਹੋਈ ਆ, ਜਦੋਂ ਪਹਿਲਾਂ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਦੌਰ ਸੀ, ਦੋਵਾਂ ਪਾਸਿਆਂ ਤੋਂ ਲੋਕ ਪਿਸ ਰਹੇ ਸੀ, ਸਾਡੀ ਸਾਰੀ ਇੰਡਸਟਰੀ ਖਾਸ ਤੌਰ ਤੇ ਲੁਧਿਆਣਾ ਉੱਠ ਕੇ ਸਾਰਾ ਨੋਇਡਾ ਚੱਲ ਗਿਆ, ਉੱਤਰ ਪ੍ਰਦੇਸ਼ ਦੇ ਵਿੱਚ ਥੋੜੇ ਬਹੁਤ ਜਿਹੜੇ ਸੀਗੇ ਛੋਟੇ ਸਮਾਲ ਸਕੇਲ ਇੰਡਸਟਰੀ ਸੀ ਉਹ ਜੰਮੂ ਕਸ਼ਮੀਰ ਚੱਲ ਗਈ, ਹਿਮਾਚਲ ਚ ਚਲੀ ਗਈ, ਇੱਥੇ ਬੱਦੀ ਚੱਲ ਗਿਆ, ਨਾਲਾਗੜ੍ਹ ਚਲਾ ਗਿਆ। ਤੇ ਹੁਣ
ਜਦੋਂ ਫਿਰ ਹਾਲਾਤ ਇਦਾਂ ਦੇ ਬਣ ਗਏ ਆ ਵੀ ਪੰਜਾਬ ਕੋਲ ਸਪੈਸ਼ਲ ਸਟੇਟਸ ਨਹੀਂ ਹੈ, ਸਾਡਾ ਬਿਜਲੀ ਦਾ ਜਿਹੜਾ ਰੇਟ ਹੈ, ਮੰਨ ਲਓ ਤੁਸੀਂ ਦੇਖੋ ਬਿਜਲੀ ਦਾ ਰੇਟ ਕਿੰਨਾ ਜ਼ਿਆਦਾ ਪੰਜਾਬ ਦੇ ਵਿੱਚ, ਗੁਆਂਢ 'ਚ ਕਿਸੇ ਵੀ ਸੂਬੇ ਨਾਲ ਤੁਸੀਂ ਤੁਲਨਾ ਕਰ ਲਓ, ਇੱਥੇ ਤੁਸੀਂ ਕੋਈ ਇੰਡਸਟਰੀ ਜਿਹੜੀ ਗਰੋ ਕਰੇ ਹੀ ਨਹੀਂ ਸਕਦੀ। ਤੇ ਹੋਰ ਬਾਕੀ ਸਹੂਲਤਾਂ ਵੀ ਜਿਹੜੀਆਂ ਜੇ ਨੈਸ਼ਨਲ ਲੈਵਲ ਤੇ ਸੈਂਟਰ ਗਵਰਨਮੈਂਟ ਸੋਚੇ ਵੀ ਬਾਰਡਰ ਸਟੇਟ ਹੈ, ਇਹਨੂੰ ਸਪੈਸ਼ਲ ਸਟੇਟਸ ਚਾਹੀਦਾ, ਤੇ ਲਾਜ਼ਮੀ ਤੌਰ ਤੇ ਅਸੀਂ ਵੀ ਗਰੋ ਕਰਾਂਗੇ। ਪਰ ਪੰਜਾਬ ਨੂੰ ਮਾਰਨਾ ਹੈ, ਪੰਜਾਬ ਨੂੰ ਮਾਰਨਾ ਹੈ। ਜੰਮੂ ਕਸ਼ਮੀਰ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਆ। ਬਾਕੀ ਜਿਹੜੇ ਸੂਬੇ ਜਿਹੜੇ ਆ ਵੱਧ ਅਧਿਕਾਰਾਂ ਲਈ ਲੜਦੇ ਰਹੇ ਹੁਣ ਤੱਕ, ਉਹਨਾਂ ਨੇ ਫਿਰ ਲੜਾਈ ਲੜਨੀ ਹੈ ਤੇ ਉਹਨਾਂ ਨੂੰ ਮਾਰਨ ਦੀ ਤਿਆਰੀ ਹੈ। ਸੋ ਸਾਰਾ ਕੁਝ ਜਿਹੜਾ ਆ ਇਸ ਦੇਸ਼ ਨੂੰ ਇੱਕ ਰੰਗਾ ਬਣਾਉਣ ਦੀ ਜਿਹੜੀ ਸਾਜ਼ਿਸ਼ ਦਾ ਹਿੱਸਾ ਆ। ਇਸ ਦੇਸ਼ ਨੂੰ ਹੁਣ ਮਜ਼ਾਕ ਦੇ ਤੌਰ ਤੇ ਕਿਸੇ ਦਾ ਮੈਂ WhatsApp ਪੜ੍ਹਿਆ, ਉਹਨਾਂ ਨੇ ਭੇਜਿਆ ਵੀ ਜਿੱਦਾਂ ਇੱਕ ਦੇਸ਼ ਇੱਕ ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ, ਇੱਕ ਦੇਸ਼ ਇੱਕ ਕਾਨੂੰਨ GST ਹੋ ਗਿਆ ਨਾ, ਇੱਦਾਂ ਹੁਣ ਜੇ ਤੁਸੀਂ ਦੇਖਣਾ ਹੋਵੇ ਤਾਂ ਇੱਕ ਦੇਸ਼ ਇੱਕ ਰੇਟ ਵੀ ਹੋ ਗਿਆ। ਉਹ ਇੱਕ ਰੇਟ ਕਿੱਦਾਂ ਹੋ ਗਿਆ? ਗੋਭੀ 80 ਰੁਪਏ ਕਿਲੋ, ਟਮਾਟਰ 80 ਰੁਪਏ ਕਿਲੋ, ਪਿਆਜ਼ 80 ਰੁਪਏ ਕਿਲੋ। ਸੋ ਆਹ ਕੁਝ ਜਿਹੜਾ ਵਾਪਰ ਰਿਹਾ ਸਾਡੇ ਦੇਸ਼ ਦੇ ਵਿੱਚ, ਇਸ ਦੇਸ਼ ਦਾ ਆਮ ਬੰਦਾ ਜਿਹੜਾ ਆ ਉਹ ਕਿੰਨਾ ਕੁ ਤੁਸੀਂ ਉਹਨੂੰ ਝੁਕਾਓਗੇ? ਮੈਂ ਕਹਿੰਦਾ ਵੀ ਇੰਨਾ ਨਾ ਕਿਸੇ ਚੀਜ਼ ਨੂੰ ਮੋੜਿਆ ਜਾਵੇ, ਸਿਟੀ ਨੂੰ ਇੰਨਾ ਨਾ ਮੋੜਿਆ ਜਾਵੇ ਕਿ ਉਹ ਟੁੱਟ ਜਾਵੇ। ਜੇ ਟੁੱਟੇਗੀ ਦੋਵੇਂ ਪਾਸਿਆਂ ਨੂੰ ਮਾਰ ਕਰੇਗੀ। ਸੋ ਅਲਟੀਮੇਟਲੀ ਇਹ ਜੋ ਕੁਝ ਹੋ ਰਿਹਾ, ਇਹ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਸਟੈਪ ਬਾਈ ਸਟੈਪ ਹੋ ਰਿਹਾ। ਪੰਜਾਬ ਦੀ ਵੀ ਵਾਰੀ ਆਉਣੀ ਆ। ਇਹਦਾ ਅਸਰ ਪੰਜਾਬ ਤੇ ਕਿਵੇਂ ਦੇਖਦੇ ਹੋ? ਪੰਜਾਬ ਤੇ ਲਾਜ਼ਮੀ ਤੌਰ ਤੇ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਖੇਤੀ ਕਾਨੂੰਨਾਂ ਤੋਂ ਬਾਅਦ ਹੋਰ ਬੜਾ ਕੁਝ ਹੋਣ ਵਾਲਾ ਆ, ਹੋਰ ਬੜਾ ਕੁਝ ਹੋਏਗਾ। ਪੰਜਾਬ ਦਾ ਲਹੂ ਚੂਸਣ ਦੀ ਜਿਹੜੀ ਤਿਆਰੀ ਹੈ ਪੰਜਾਬ, ਕਿਉਂਕਿ ਲੜਾਈ ਦੇ ਵਿੱਚ ਜੁਝਾਰੂ ਪੰਜਾਬ ਹੈ ਤੇ ਲੜਾਈ ਦਾ ਜਿਹੜਾ ਕਹਿ ਲਓ ਝੰਡਾ ਬੁਲੰਦ ਕਰਨ ਵਾਲਾ ਪੰਜਾਬ ਸਭ ਤੋਂ ਪਹਿਲਾਂ ਹਮੇਸ਼ਾ ਰਿਹਾ। ਇਹਦੀ ਜਿਹੜੀ ਇਹ ਜੁਝਾਰੂਪਨ ਹੈ ਪੰਜਾਬ ਦਾ, ਇਹਨੂੰ ਜਦੋਂ ਆਪਾਂ ਪਰਖ ਦੀ ਵੀ ਗੱਲ ਕਰੀਏ ਵੀ ਉਹਨੂੰ ਦਬਾਉਣ ਦੀ ਵੀ ਗੱਲ ਹੈ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾ ਲਈਏ, ਬਾਕੀ ਆਪੇ ਦਬਾ ਲਾਂਗੇ। ਸੋ ਇਹ ਸਾਰੀ ਗੇਮ ਪਲਾਨ ਹੈ ਪੂਰੀ ਦਾ ਪੂਰਾ। ਇਸ ਗੇਮ ਪਲਾਨ ਦੇ ਖਿਲਾਫ ਤਾਂ ਇੱਕ ਬਹੁਤ ਵੱਡਾ ਅੰਦੋਲਨ ਜ਼ਰੂਰੀ ਹੈ। ਇਹ ਜਿਹੜਾ ਸਾਡਾ ਅੰਦੋਲਨ ਅਸੀਂ ਦੇਖ ਰਹੇ ਹਾਂ, ਕਿਸਾਨਾਂ ਦਾ ਅੰਦੋਲਨ, ਇਹ ਸ਼ੁਰੂਆਤੀ ਹੈ ਤੇ ਸ਼ੁਰੂਆਤ ਦੇ ਵਿੱਚ ਹੀ ਬਹੁਤ ਚੰਗੀ ਡਾਇਰੈਕਸ਼ਨ 'ਚ ਜਾ ਰਿਹਾ। ਇਸ ਅੰਦੋਲਨ ਨੇ ਆਉਣ ਵਾਲੇ ਅੰਦੋਲਨਾਂ ਦੀ ਜਿਹੜੀ ਨੀਂਹ ਰੱਖਣੀ ਹੈ। ਇਸ ਅੰਦੋਲਨ ਨੇ ਨੀਂਹ ਰੱਖਣੀ ਹੈ ਤੇ ਇੱਕ ਨੀਹਾਂ ਅੰਤਰਰਾਸ਼ਟਰੀ ਪੱਧਰ ਤੇ ਰੱਖੀਆਂ ਜਾ ਰਹੀਆਂ, ਖਾਸ ਕਰਕੇ ਚੀਨ ਨੂੰ ਲੈ ਕੇ ਅਮਰੀਕਾ ਤੇ ਭਾਰਤ ਜਿਸ ਕਦਰ ਨੇੜੇ ਆ ਰਹੇ ਨੇ, ਕੀ ਉਹਦਾ ਅੰਤਰਰਾਸ਼ਟਰੀ ਪੱਧਰ ਤੇ ਅਸਰ ਪੈਣ ਜਾ ਰਿਹਾ ਕੋਈ? ਜਾਂ ਜਿਹੜੀਆਂ ਅਮਰੀਕਾ ਦੀਆਂ ਚੋਣਾਂ ਨੇ ਟਰੰਪ ਵਾਲੀਆਂ, ਉਸ ਨੂੰ ਲੈ ਕੇ ਕੋਈ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ? 2 ਉੱਥੇ ਦੇ ਮੰਤਰੀ ਆਏ ਹੋਏ ਨੇ ਤੇ ਉਹਨਾਂ ਨਾਲ ਸਮਝੌਤੇ ਹੋਏ ਨੇ, ਉਹਨਾਂ ਨੂੰ ਜਾਂਦੇ ਸੰਖੇਪ 'ਚ 2018 ਤੋਂ ਇਹ ਗੱਲ ਚੱਲ ਰਹੀ ਹੈ ਕਿ 2+2 ਦੀ ਮੀਟਿੰਗ ਦਾ ਜਿਹੜਾ ਮਸਲਾ ਹੈ, ਇਹ ਤੀਜੀ ਮੀਟਿੰਗ ਸੀਗੀ। ਇੱਕ ਮੀਟਿੰਗ ਵਾਸ਼ਿੰਗਟਨ 'ਚ ਪਹਿਲਾਂ ਹੋ ਚੁੱਕੀ, ਇਸ ਤੋਂ ਪਹਿਲਾਂ ਜਿਹੜੀ ਹੋਈ ਹੈ। ਇਸ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਹੋਏ ਨੇ ਜਾਂ ਸਮਝੌਤੇ ਜਿਹੜੇ ਸਹੀਬੰਦ ਕੀਤੇ ਗਏ ਨੇ, ਉਹ ਸਮਝੌਤੇ ਸਾਫ਼ ਇਸ਼ਾਰਾ ਕਰਦੇ ਆ ਵੀ ਅਮਰੀਕਾ ਜਿਹੜਾ ਆ ਉਹ ਭਾਰਤ ਦੇ ਨਾਲ ਲੱਗ ਕੇ ਜਾਂ ਭਾਰਤ ਨੂੰ ਵਰਤ ਕੇ ਭਾਰਤ ਦੀ ਸਰਜ਼ਮੀਨ ਵਰਤ ਕੇ ਚੀਨ ਨੂੰ ਜਿਹੜਾ ਆ ਕਿਤੇ ਨਾ ਕਿਤੇ ਉਹ ਟੈਕਲ ਕਰਨਾ ਚਾਹੁੰਦਾ। ਚੀਨ ਨੇ ਜਿਸ ਤਰੀਕੇ ਦੇ ਨਾਲ ਸਾਡੇ ਗੁਆਂਢੀ ਮੁਲਕਾਂ ਨੂੰ ਆਪਣੇ ਨਾਲ ਲਾਇਆ, ਉਹ ਭਾਰਤ ਲਈ ਖਤਰੇ ਦੀ ਗੱਲ ਹੈ। ਪਰ ਉਹ ਭਾਰਤ ਜਿਹੜਾ ਆ, ਭਾਰਤ ਨੂੰ ਜ਼ਰੂਰੀ ਨਹੀਂ ਹੈ ਕਿ ਅਮਰੀਕਾ ਦੀ ਮਦਦ ਲੈਣੀ ਪਵੇ, ਸਗੋਂ ਸਾਨੂੰ ਆਪਣੇ ਗੁਆਂਢੀ ਜਿਹੜੇ ਛੋਟੇ ਮੁਲਕ ਆ ਉਹਨਾਂ ਨਾਲ ਮੁਹੱਬਤ ਦੇ ਨਾਲ ਪੇਸ਼ ਆਉਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਨਾਲ ਲਾਉਣਾ ਚਾਹੀਦਾ। ਅਸੀਂ ਕਿਸੇ ਵੀ ਲੈਵਲ ਦੇ ਉੱਤੇ ਸੱਚ ਬੋਲਣਾ ਚਾਹੀਦਾ। ਅਸੀਂ ਨਾ ਇਕਨੋਮੀ ਦੇ ਲੈਵਲ ਦੇ ਉੱਤੇ, ਨਾ ਅਸੀਂ ਡਿਫੈਂਸ ਦੇ ਏਰੀਏ ਦੇ ਵਿੱਚ ਚਾਈਨਾ ਦਾ ਕੋਈ ਮੁਕਾਬਲਾ ਨਹੀਂ ਕਰ ਪਾ ਰਹੇ। ਤੇ ਪਰ ਜੇ ਤੁਸੀਂ ਕਿਸੇ ਹੋਰ ਮੁਲਕ ਦੀ ਮਦਦ ਲੈਂਦੇ ਹੋ ਤਾਂ ਲਾਜ਼ਮੀ ਤੌਰ ਦੇ ਉੱਤੇ ਆਉਣ ਵਾਲਾ ਸਮਾਂ ਤੁਹਾਡੀ ਸਰਜ਼ਮੀਨ ਦੇ ਉੱਤੇ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ। ਅਮਰੀਕਾ, ਸਾਡੇ ਇੱਕ ਸ਼ਾਇਰ ਡਾਕਟਰ ਜਗਤਾਰ ਨੇ ਕਦੇ ਲਿਖਿਆ ਸੀ ਵੀ ਕਿੱਥੇ ਨਹੀਂ ਅਮਰੀਕਾ, ਕਿੱਥੇ ਨਹੀਂ ਅਮਰੀਕਾ। ਤੇ ਉਹ ਮਤਲਬ 165 ਮੁਲਕਾਂ 'ਚ ਅਮਰੀਕਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਦਾ ਫੌਜੀ ਦਖਲ ਹੈ। ਜੇ ਫੌਜੀ ਦਖਲ ਅਮਰੀਕਾ ਵਰਗੀ ਸੁਪਰ ਪਾਵਰ ਦਾ ਭਾਰਤ ਦੇ ਵਿੱਚ ਉਸ ਤਰੀਕੇ ਨਾਲ ਹੋਏਗਾ ਜਿੱਦਾਂ ਪਾਕਿਸਤਾਨ 'ਚ ਕਦੇ ਰਿਹਾ ਜਾਂ ਅਫਗਾਨਿਸਤਾਨ 'ਚ ਰਿਹਾ ਜਾਂ ਇਰਾਕ ਦੇ ਵਿੱਚ ਰਿਹਾ, ਤਾਂ ਫਿਰ ਜਿੱਦਾਂ ਇਰਾਕ ਤਬਾਹ ਹੋਇਆ, ਜਿੱਦਾਂ ਪਾਕਿਸਤਾਨ ਤਬਾਹੀ ਦੇ ਕੰਢੇ ਤੇ ਹੈ, ਜਿੱਦਾਂ ਅਫਗਾਨਿਸਤਾਨ ਬੰਜਰ ਹੋ ਗਿਆ, ਭਾਰਤ ਵੀ ਹੋ ਜਾਏਗਾ। ਤਾਂ ਇਹ ਤਾਂ ਹੁਣ ਸਾਡੀ ਪੋਲੀਟੀਕਲ ਲੀਡਰਸ਼ਿਪ ਤੇ ਹੈ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਜੇ ਤੁਸੀਂ ਗੋਲੇ ਬਣ ਕੇ ਰਹਿਣਾ ਚਾਹੁੰਦੇ ਹੋ ਤੇ ਫਿਰ ਸਾਡੀ ਜਿਹੜੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਵੀ ਗੋਲੇ ਬਣੇ। ਇੱਕੋ ਗੱਲ ਹੋਰ ਕਹਿਣੀ ਆਖਰੀ, ਉਹ ਇਹ ਹੈ ਜਦੋਂ 2 ਮੁਲਕ ਲੜਦੇ ਆ, ਜਿਹੜੇ ਦੁਨੀਆ ਤੇ ਰਾਜ ਕਰਨ ਵਾਲੇ ਲੋਕ ਆ, ਜਿਹੜੇ ਦਿਖਾਈ ਨਹੀਂ ਦਿੰਦੇ, ਉਹਨਾਂ ਦਾ ਆਪਣਾ ਇਹ ਕਹਿਣਾ ਹੈ ਕਿ ਅਸੀਂ ਦਿਖਾਈ ਨਹੀਂ ਦਿੰਦੇ। ਪਰ ਜਦੋਂ 2 ਮੁਲਕ ਲੜਦੇ ਨੇ, ਚਾਹੇ ਹਿਟਲਰ ਤੋਂ ਲੈ ਕੇ ਹੁਣ ਤੱਕ ਜਦੋਂ 2 ਮੁਲਕ ਲੜਦੇ ਨੇ ਜਾਂ ਵਰਲਡ ਜਿਹੜੀਆਂ ਵਾਰਜ਼ ਹੁੰਦੀਆਂ, ਸੰਸਾਰ ਜੰਗਾਂ ਹੁੰਦੀਆਂ, ਉਹ ਦੋਨੋਂ ਪਾਸੇ ਲੜਨ ਵਾਲੇ ਲੋਕਾਂ ਨੂੰ ਹਥਿਆਰ ਉਹੀ ਸਪਲਾਈ ਕਰਦੇ, ਉਹ ਚਾਹੇ ਅਮਰੀਕਾ ਰਾਹੀਂ ਆਉਣ ਚਾਹੇ ਰੂਸ ਰਾਹੀਂ ਆਉਣ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਉਹ 'ਚੋਂ ਖੱਟਦਾ ਕੌਣ ਹੈ? ਸਾਡੇ ਇੱਕ ਪੁਰਾਣੀ ਜਿਹੜੀ ਕਹਾਣੀ ਹੈ ਨਾ, ਲੋਕ ਕਹਾਣੀ ਹੈ ਵੀ 2 ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਐਸ਼ ਕਰਦਾ। ਇਹ ਸਮਝ ਲੈਣੀ ਚਾਹੀਦੀ ਹੈ। ਜੇ ਨਹੀਂ ਸਮਝੇ ਤਾਂ ਫਿਰ ਸਾਡੀ ਤਸਵੀਰ ਹੀ ਭਾਰਤ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ
ਇਸ ਤਰ੍ਹਾਂ ਬਦਲਣ ਵਾਲੀ ਹੈ ਜਿਹੜੀ ਘੱਟੋ ਘੱਟ ਦੇਰ ਤੱਕ ਭਾਰਤ ਨੂੰ ਖੜਾ ਨਹੀਂ ਹੋਣ ਦੇਗੀ। ਇਹ ਬਹੁਤ ਵੱਡੀ ਚਿੰਤਾ ਹੈ ਕਿ ਕੇਂਦਰ ਸਰਕਾਰ ਸੱਤਾਧਾਰੀ ਧਿਰ ਦੇਸ਼ ਦੇ ਸੂਬਿਆਂ ਨੂੰ ਖਾ ਜਾਣਾ ਚਾਹੁੰਦੀ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਮਰੀਕਾ, ਚੀਨ ਭਾਰਤ ਨੂੰ ਖਾਣ ਦੀ ਤਿਆਰੀਆਂ 'ਚ ਨੇ। ਸੋ ਇਸ ਲਈ ਇਸ ਸਮੇਂ ਸਾਡੀ ਲੀਡਰਸ਼ਿਪ ਨੂੰ, ਸਾਡੇ ਦੇਸ਼ ਦੇ ਆਵਾਮ ਨੂੰ, ਸਾਡੇ ਚੁਣੇ ਨੁਮਾਇੰਦਿਆਂ ਨੂੰ ਸੋਚਣਾ ਪੈਣਾ ਕਿ ਅਸੀਂ ਕਰਨਾ ਕੀ ਹੈ। ਜਿਵੇਂ ਸੁਸ਼ੀਲ ਜੀ ਨੇ ਕਿਹਾ ਕਿ ਜਦੋਂ ਦੋ ਮੁਲਕ ਲੜਨਗੇ ਤਾਂ ਹਥਿਆਰ ਕੌਣ ਵੇਚੇਗਾ, ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਤਾਂ ਆਪਣਾ ਮਾਲ ਵੇਚਣਾ, ਤਾਂ ਚਾਹਣਗੇ ਕਿ ਤੁਸੀਂ ਲੜੋ, ਪਰ ਇਸ ਮੌਕੇ ਸਦਭਾਵਨਾ ਦੀ ਲੋੜ ਹੈ। ਉਹ ਚਾਹੇ ਆਂਢੀ ਗੁਆਂਢੀ ਸੂਬਿਆਂ ਨਾਲ ਹੋਵੇ ਤੇ ਚਾਹੇ ਉਹ ਆਂਢੀ ਗੁਆਂਢੀ ਮੁਲਕਾਂ ਨਾਲ ਹੋਵੇ। ਸੋ ਕਿਤੇ ਨਾ ਕਿਤੇ ਇੱਕ ਸੁਰ 'ਚ ਚੱਲਣ ਦੀ ਲੋੜ ਹੈ। ਮਸਲੇ ਬਹੁਤ ਗੰਭੀਰ ਨੇ, ਮਸਲੇ ਲੰਬੇ ਨੇ, ਲੰਬੇ ਸਮੇਂ ਤੱਕ ਬਣੇ ਰਹਿਣਗੇ ਤੇ ਸਾਡੀ ਵੀ ਨਜ਼ਰ ਇਹਨਾਂ ਤੇ ਹਰ ਸਮੇਂ ਬਣੀ ਰਹਿੰਦੀ ਹੈ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।